ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੁਲੇ। ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਣਾਈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਬੇਸ਼ੁਮਾਰ ਥਾ ਗਨਤ ਤੁਲੈ। ਜਿਉ ਮਿਲਾਵੈ ਤੋ ਨਾਨਕ ਦਾਸ ਬੋਲੇ। ਜਿਉ ਮਿਲਾਵੈ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਨ ਆਵਣ ਜਾਣ ਨਾ ਸੁਝਈ। ਨਾ ਸੁਝੈ ਦਰਬਾਰ। ਮਾਇਆ ਮੋਹ ਪਲਟਿਆ। ਅੰਤਰ ਅਗਿਆਨ ਗੁਬਾਰ। ਤਬ ਨਰ ਸੁਤਾ ਜਾਗਿਆ। ਸਿਰ ਡੰਡ ਲੱਗਾ ਬਹੁ ਭਾਰ। ਗੁਰਮੁਖਾਂ ਕਰਾਂ ਉੱਪਰ ਹਰ ਚਿਤਿਆ। ਸੇ ਪਾਇਨ ਮੋਖ ਦੁਆਰ। ਨਾਨਕ ਆਪ ਉਹ ਉਦਰੇ। ਸਭ ਕੁਟੰਬ ਤਰੇ ਪਰਵਾਰ। ਸ਼ਬਦ ਮਰੈ ਸੋ ਮੁਆ ਜਪੈ। ਗੁਰ ਪ੍ਰਸਾਦੀ ਹਰ ਰਸ ਤ੍ਰਾਪੈ। ਹਰ ਦਰਗਹਿ ਗੁਰੂ ਸ਼ਬਦ ਸੰਜਪੈ। ਬਿਨ ਸ਼ਬਦੈ ਮੁਆ ਹੈ ਸਭ ਕੋਇ। ਮਨ ਮੁਖ ਮੁਆ ਆਪਣਾ ਜਨਮ ਖੋਏ। ਹਰ ਨਾਮ ਨਾ ਚਿਤ ਹੈ ਅੰਤ ਦੁਖ ਰੋਏ। ਨਾਨਕ ਕਰਤਾ ਕਰੇ ਸੋ ਹੋਇ। ਹਰ ਨਾਮ ਨਾ ਚਿਤ ਹੈ ਅੰਤ ਦੁਖ ਰੋਏ। ਨਾਨਕ ਕਰਤਾ ਕਰੇ ਸੋ ਹੋਏ। ਮਨ ਆਵਣ ਜਾਣ ਨਾ ਸੁਝਈ। ਨਾ ਸੁਝੈ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਸ਼ਦਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਰਬ ਸਾਂਝੀਵਾਲਤਾ ਦੇ ਪੈਗੰਬਰ, ਦੀਨ ਅਤੇ ਦੁਨੀਆ ਦੇ ਰਾਖੇ, ਮਨੁੱਖਤਾ ਦੇ ਸਾਂਝੇ ਰਹਿਬਰ, ਗੁਰਤਾ ਗੱਦੀ ਤੇ ਸੁਭਾਇਮਾਨ ਹਲਤ ਪਲਤ ਕੇ ਰੱਖਿਅਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ, ਵਡਭਾਗੇ ਹੋ। ਸਤਿਗੁਰਾਂ ਦੀ ਰੱਬੀ ਰਹਿਮਤ ਦਾ ਆਨੰਦ ਮਾਣ ਰਹੇ ਹੋ, ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਆਪ ਜੀਆਂ ਨੇ ਇਲਾਹੀ ਗੁਰਬਾਣੀ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਕੀ ਵਾਰ ਦੇ ਸੰਪੂਰਨ ਕੀਰਤਨ ਉਪਰ ਸਰਵਣ ਕੀਤੇ ਹਨ। ਉਪਰੰਤ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ, ਗੁਰ ਸ਼ਬਦ ਵਿਚਾਰ ਨਾਲ ਜੁੜਨ ਦਾ ਵੀ ਆਪਾਂ ਸਾਰਿਆਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰੂ ਕੀ ਬਾਤ ਪਾ ਕੇ ਆਪਣੇ ਜੀਵਨ ਜ਼ਿੰਦਗੀ ਦੀਆਂ ਘੜੀਆਂ ਪਲਾਂ ਨੂੰ ਸਫਲ ਕਰਨ ਦਾ ਯਤਨ ਕਰੀਏ। ਸਤਿਗੁਰੂ ਸਾਡਾ ਮਾਰਗਦਰਸ਼ਨ ਕਰ ਰਹੇ ਹਨ, ਸਾਨੂੰ ਜੀਵਨ ਸੇਧ ਦੇ ਰਹੇ ਹਨ। ਪਰਮਾਤਮਾ ਨਾਲ ਮਿਲਣ ਵਾਸਤੇ ਸਤਿਗੁਰੂ ਇੱਕ ਪਰਉਪਕਾਰ ਸੁਭਾਅ ਮੁਤਾਬਕ ਸਾਡੇ ਤੇ ਪਰਉਪਕਾਰ ਵੀ ਕਰ ਰਹੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਦੋ ਸ਼ਲੋਕਾਂ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ, ਜਿਨ੍ਹਾਂ ਦਾ ਤਤ ਸਿਧਾਂਤ ਇਹ ਹੈ। ਪਹਿਲੇ ਸ਼ਲੋਕ ਦਾ ਤਤ ਭਾਵ ਹੈ ਕਿ ਅਚੇਤ ਮਨ ਪ੍ਰਭੂ ਦੇ ਦਰਬਾਰ ਨੂੰ ਭੁਲਾ ਕੇ ਮਾਇਆ ਮੋਹ ਵਿੱਚ ਫਸਿਆ ਪਿਆ ਹੈ। ਇਹ ਅਗਿਆਨਤਾ ਦੀ ਅਜਿਹੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਹੈ ਕਿ ਜਗਾਇਆ ਵੀ ਜਾਗਦਾ ਨਹੀਂ ਹੈ। ਆਖਰ ਜਦੋਂ ਜਮਾਂ ਦਾ ਡੰਡਾ ਇਸ ਦੇ ਸਿਰ ਤੇ ਵੱਜਦਾ ਹੈ, ਫਿਰ ਇਸ ਨੂੰ ਹੋਸ਼ ਲੱਭਦੀ ਹੈ, ਹੋਸ਼ ਵਿੱਚ ਆਉਂਦਾ ਹੈ। ਪਰ ਸਮਾਂ ਵਿਹਾਰ ਚੁੱਕਣ ਤੋਂ ਬਾਅਦ ਕੀ ਲਾਭ ਹੋ ਸਕਦਾ ਹੈ? ਜਦੋਂ ਹੋਸ਼ ਆਉਂਦੀ ਹੈ ਉਦੋਂ ਸਮਾਂ ਬਹੁਤ ਅਜਾਈਂ ਗਵਾ ਚੁੱਕਿਆ ਹੁੰਦਾ ਹੈ। ਜ਼ਿੰਦਗੀ ਦੇ ਆਖਰੀ ਪੜਾਅ ਤੇ ਖੜਾ ਹੁੰਦਾ ਹੈ, ਆਖਰੀ ਮੋੜ ਤੇ ਖੜਾ ਹੁੰਦਾ ਹੈ, ਔਰ ਜ਼ਿੰਦਗੀ ਦੇ ਆਖਰੀ ਲਮਹੇ ਇਹਦੇ ਕੋਲ ਕੁਝ ਬਚੇ ਹੁੰਦੇ ਨੇ। ਜਦੋਂ ਇਹ ਸੁੱਤਾ ਮਨ ਜਾਗਦਾ ਹੈ, ਗੁਰਮੁਖ ਜਿਹੜੇ ਜੋ ਹਰ ਵੇਲੇ ਨਾਮ ਦਾ ਚਿੰਤਨ ਕਰਦੇ ਹਨ, ਉਹ ਨਾਮ ਦੀ ਬਰਕਤ ਨਾਲ ਆਪ ਵੀ ਮੋਖ ਮੁਕਤੀ ਪਾ ਲੈਂਦੇ ਨੇ ਅਤੇ ਆਪਣਾ ਸਾਰਾ ਪਰਿਵਾਰ ਵੀ ਉਹਨਾਂ ਦੀ ਸੰਗਤ ਕਰਕੇ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਆਪ ਤਰੇ ਤਾਰੇਨ ਸਤਨਾਮ, ਆਪ ਤਰੇ ਤਾਰੇਨ ਸਤਨਾਮ, ਗੁਰਮੁਖ ਮਿਲਿਆ ਪਾਪ ਪੜਨਾ। ਇਹ ਪਹਿਲੇ ਸ਼ਲੋਕ ਦਾ ਤਤ ਭਾਵ ਹੈ। ਦੂਸਰੇ ਸ਼ਲੋਕ ਵਿੱਚ ਮਹਾਰਾਜ ਕਹਿ ਰਹੇ ਆ ਕਿ ਮਨੁੱਖ ਗੁਰੂ ਦੀ ਕਿਰਪਾ ਨਾਲ ਹੀ ਨਾਮ ਰਸ ਵਿੱਚ ਲੀਨ ਹੋ ਕੇ ਜੀਵਤ ਪਾਪ ਤੋਂ ਮਰ ਸਕਦਾ ਹੈ।
ਰੱਬੀ ਦਰਬਾਰ ਵਿੱਚ ਗੁਰੂ ਦੇ ਸ਼ਬਦ ਦੁਆਰਾ ਹੀ ਮਨੁੱਖ ਦੀ ਪਛਾਣ ਹੁੰਦੀ ਹੈ। ਭਾਵ ਆਦਰ ਸਤਿਕਾਰ ਦਾ ਅਧਿਕਾਰੀ ਬਣਦਾ ਹੈ। ਸ਼ਬਦ ਹੀ ਇੱਕ ਅਜਿਹੀ ਸ਼ਕਤੀ ਹੈ ਜਿਸ ਦੇ ਸਹਾਰੇ ਅਮਰ ਜੀਵਨ ਪ੍ਰਾਪਤ ਹੁੰਦਾ ਹੈ। ਪਰ ਨਾ ਵਿਹੂਣਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਜਾਂਦਾ ਹੈ, ਕਿਉਂਕਿ ਉਹ ਸੰਸਾਰ ਵਿੱਚ ਜਿੱਥੇ ਜੀਵਨ ਭਰ ਦੁੱਖ ਭੋਗਦਾ ਹੈ, ਉੱਥੇ ਅੰਤ ਸਮੇਂ ਵੀ ਦੁੱਖ ਹੀ ਦੁੱਖ ਰੋ ਕੇ ਦੱਸਦਾ ਰਹਿੰਦਾ ਹੈ। ਇਹ ਦੋਵੇਂ ਸ਼ਲੋਕਾਂ ਦਾ ਤੱਤ ਭਾਵ ਹੈ। ਇਨਸਾਨ ਸਾਰੀ ਉਮਰ ਵੀ ਮਹਾਰਾਜ ਕਹਿੰਦੇ ਦੁੱਖ ਭੋਗਦਾ ਹੈ, ਅੰਤ ਸਮੇਂ ਵੀ ਦੁੱਖ ਹੀ ਦੁੱਖ ਰੋ ਕੇ ਦੱਸਦਾ ਰਹਿੰਦਾ ਹੈ। ਭਾਵ ਕਿ ਸਾਰਾ ਜੀਵਨ ਦੁੱਖਾਂ ਵਿੱਚ ਹੀ ਉਹਦਾ ਵਿਅਰਥ ਚਲਾ ਜਾਂਦਾ ਹੈ। ਮਹਾਰਾਜ ਨੇ ਮਨ ਨੂੰ ਸੰਬੋਧਨ ਕੀਤਾ ਹੈ। ਗੁਰਬਾਣੀ ਵਿੱਚ ਸਾਰਾ ਉਪਦੇਸ਼ ਹੀ ਮਨ ਨੂੰ ਹੈ। ਜੇ ਅੱਜ ਸਾਡੇ ਕਹਿਣੇ ਵਿੱਚ ਕੋਈ ਨਹੀਂ ਹੈ ਤਾਂ ਉਹ ਸਾਡਾ ਮਨ ਹੈ, ਜਿਨ੍ਹਾਂ ਦਾ ਸੂਬਿਆਂ ਦੇ ਵਿੱਚ ਹੁਕਮ ਚੱਲਦਾ ਹੈ, ਦੇਸ਼ ਵਿੱਚ ਹੁਕਮ ਚੱਲਦਾ ਹੈ, ਜਿਨ੍ਹਾਂ ਦੇ ਹੁਕਮ ਨੂੰ ਸਾਰੇ ਲੋਕ ਮੰਨਦੇ ਹੈ, ਉਹਨਾਂ ਲੋਕਾਂ ਦੇ ਵੀ ਆਪਣਾ ਮਨ ਕਾਬੂ 'ਚ ਨਹੀਂ ਹੁੰਦਾ। ਉਹਨਾਂ ਦਾ ਆਪਣਾ ਹੀ ਮਨ ਉਹਨਾਂ ਦੇ ਕਹਿਣੇ 'ਚ ਨਹੀਂ ਹੁੰਦਾ, ਜਿਨ੍ਹਾਂ ਦੇ ਲੋਕ ਕਹਿਣੇ ਵਿੱਚ ਚੱਲਦੇ। ਇਸ ਲਈ ਪਾਤਸ਼ਾਹ ਕਹਿੰਦੇ ਇਹ ਮਨ ਹਰ ਜੀ ਤੇਰੇ ਨਾਲ ਹੈ। ਤਾਂ ਹੀ ਪਾਤਸ਼ਾਹ ਨੇ ਇਸ ਮਨ ਨੂੰ ਕਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਿ ਇਹ ਮਨਾ ਹਮੇਸ਼ਾ ਹੀ ਗੁਰੂ ਦੇ ਨਾਲ ਰਹਿ, ਗੁਰੂ ਨੂੰ ਆਪਣੇ ਅੰਗ ਸੰਗ ਰੱਖ, ਉਹਨੂੰ ਯਾਦ ਰੱਖ। ਗੁਰੂ ਤੋਂ ਦੂਰ ਜਾਏਗਾ ਭਟਕੇਗਾ, ਗੁਰੂ ਤੋਂ ਦੂਰ ਜਾਏਗਾ ਅਸ਼ਾਂਤ ਹੋਏਗਾ, ਗੁਰੂ ਦੇ ਨੇੜੇ ਰਹੇਗਾ ਤੈਨੂੰ ਆਤਮਿਕ ਸੁੱਖ ਮਿਲੇਗਾ। ਤੇਰਾ ਖੰਡਾਓ ਖਤਮ ਹੋਏਗਾ, ਤੇਰੀ ਭਟਕਣਾ ਖਤਮ ਹੋਏਗੀ। ਜਿਹੜੀ ਸ਼ਾਂਤੀ ਕਿਸੇ ਵੀ ਕੀਮਤ ਤੇ ਨਹੀਂ ਅੱਜ ਸੰਸਾਰ ਵਿੱਚ ਮਿਲਦੀ, ਸੰਸਾਰ ਕੋਲ ਹੈ ਨਹੀਂ, ਤੈਨੂੰ ਉਹ ਸ਼ਾਂਤੀ ਵੀ ਗੁਰੂ ਕੋਲ ਰਹਿ ਕੇ ਮਿਲੇਗੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਨਸਾਨ, ਮਨੁੱਖ ਜਿੰਨੀਆਂ ਵਾਰ ਸੰਸਾਰ ਨਾਲ ਗੱਲਾਂ ਕਰਦਾ ਹੈ, ਜਿੰਨੀਆਂ ਦੂਸਰੇ ਨਾਲ ਗੱਲਾਂ ਕਰਦਾ ਹੈ, ਉਨੀਆਂ ਕਦੇ ਆਪਣੇ ਆਪ ਨਾਲ ਨਹੀਂ ਕਰਦਾ। ਜਿੰਨਾ ਇਹ ਸੰਸਾਰ ਕੋਲ ਬੈਠ ਕੇ ਰਾਜੀ ਹੁੰਦਾ ਹੈ, ਉਹਨਾਂ ਕਦੇ ਆਪਣੇ ਆਪ ਨਾਲ ਬੈਠ ਕੇ ਰਾਜੀ ਨਹੀਂ ਹੁੰਦਾ। ਜਿੰਨਾ ਇਹਨੂੰ ਦੂਸਰੇ ਨਾਲ ਗੱਲ ਕਰਕੇ ਲੱਗਦਾ ਵੀ ਮੇਰਾ ਮਨ ਖੁਸ਼ ਹੋਇਆ, ਮੈਨੂੰ ਸੰਤੁਸ਼ਟੀ ਹੋਈ ਆ, ਉਹਨਾਂ ਆਨੰਦ ਨੂੰ ਕਦੇ ਆਪਣੇ ਆਪ ਨਾਲ ਗੱਲ ਕਰਕੇ ਨਹੀਂ ਹੁੰਦਾ। ਕਿਸੇ ਬੰਦੇ ਨੂੰ ਜਦੋਂ ਕਿਸੇ ਅਪਰਾਧ ਜੁਰਮ ਦੇ ਵਿੱਚ ਸਜ਼ਾ ਹੁੰਦੀ ਹੈ, ਉਹਨੂੰ ਇਕੱਲੇ ਨੂੰ ਰੱਖਿਆ ਜਾਂਦਾ। ਬਹੁਤਾ ਸੰਗੀਨ ਅਪਰਾਧ ਹੋਵੇ, ਕਾਲ ਕੋਠੜੀਆਂ ਵਿੱਚ ਰੱਖਿਆ ਜਾਂਦਾ ਹੈ, ਬੈਰਕਾਂ 'ਚ ਰੱਖਿਆ ਜਾਂਦਾ ਹੈ, ਚੱਕੀਆਂ ਵਿੱਚ ਰੱਖਿਆ ਜਾਂਦਾ ਹੈ। ਉੱਥੇ ਉਹਨੂੰ ਇਕੱਲੇ ਨੂੰ ਛੱਡਿਆ ਜਾਂਦਾ ਹੈ। ਇਕੱਲੇ ਨੂੰ ਛੱਡਣ ਦਾ ਕਾਰਨ ਹੀ ਇਹ ਸੀ ਕਿ ਤੂੰ ਹੁਣ ਆਪਣੇ ਆਪ ਨਾਲ ਗੱਲ ਕਰ, ਆਪਣੇ ਮਨ ਨਾਲ ਗੱਲ ਕਰ, ਮਨ ਨੂੰ ਪੜਚੋਲ, ਜੋ ਕੀਤੇ ਗੁਨਾਹ ਨੇ ਉਹਨਾਂ ਦਾ ਪਛਤਾਤਾਪ ਕਰ, ਆਪਣੇ ਮਨ ਨੂੰ ਕੋਸ। ਉਹਦਾ ਮਤਲਬ ਇਹ ਸੀ। ਪਰ ਇਨਸਾਨ ਨੂੰ ਇਕੱਲਾਪਣ ਚੰਗਾ ਨਹੀਂ ਲੱਗਦਾ।
बड़े लोग आ ਜਿਹੜੇ ਇਕੱਲੇ ਰਹਿੰਦੇ ਰਹਿੰਦੇ ਡਿਪਰੈਸ਼ਨ 'ਚ ਚਲੇ ਜਾਂਦੇ ਆ, ਜਦ ਕਿ ਇਕੱਲਾ ਰਹਿਣਾ, ਜੇ ਕਿਤੇ ਰਹਿਣਾ ਆ ਜਾਂਦਾ ਇਕੱਲੇ ਨੂੰ, ਤਾਂ ਫਿਰ ਇਕੱਲੇ ਵਰਗਾ ਸੁੱਖ ਵੀ ਕਿਤੇ ਨਹੀਂ ਹੈ। ਸੰਸਾਰਕ ਤੌਰ ਤੇ ਇਕੱਲਾ ਹੋ ਸਕਦਾ ਹੈ, ਪਰ ਜੇ ਇਹ ਮਨ ਕੋਲੇ ਗੁਰ ਸ਼ਬਦ ਹੋਏਗਾ ਫਿਰ ਇਹ ਇਕੱਲਾ ਥੋੜਾ, ਫਿਰ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੈ, ਗੁਰੂ ਦੇ ਦਰਬਾਰ 'ਚ ਹੈ, ਗੁਰੂ ਦੀ ਸ਼ਰਨ ਵਿੱਚ ਹੈ। ਜੇ ਇਹਦੇ ਮਨ ਕੋਲੇ ਸਿਮਰਨ ਹੈ ਗੁਰੂ ਦਾ, ਫਿਰ ਇਹ ਮਨ ਇਕੱਲਾ ਥੋੜੀ ਹੈ। ਜੇ ਇਸ ਮਨ ਕੋਲੇ ਪਰਮਾਤਮਾ ਦੀ ਯਾਦ ਹੈ, ਫਿਰ ਇਹ ਇਕੱਲਾ ਨਹੀਂ। ਸ਼ਾਇਦ ਇਸੇ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਕਹਿ ਰਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਹਰ ਨਾਲ ਰਹੋ। ਮਨਾ ਗੁਰੂ ਦੇ ਨਾਲ ਰਹੋ। ਪਰ ਇਸ ਮਨ ਨੂੰ ਸ਼ਬਦ ਚੰਗੇ ਲੱਗਦੇ, ਦੂਸਰੇ ਨਾਲ ਗੱਲ ਕਰਨ ਦਾ ਮਤਲਬ ਕੀ ਸ਼ਬਦ ਹੀ ਹੁੰਦੇ ਨੇ। ਉਹ ਕਿਸੇ ਨੂੰ ਵੀ ਆਪਾਂ ਕਹੀਏ ਵੀ ਕੋਈ ਗੱਲ ਸੁਣਾ, ਕੋਈ ਵਧੀਆ ਜੀ ਗੱਲ ਸੁਣਾ, ਗੱਲ ਕੀ ਉਹ ਸ਼ਬਦ ਹੀ ਨੇ। ਕੋਈ ਸੰਗੀਤ ਜਾਣਦਾ, ਉਹਨੂੰ ਕਹਿੰਦੇ ਕੋਈ ਮਿਊਜ਼ਿਕ, ਕੋਈ ਗਾਣਾ ਸੁਣਾ ਦੇ, ਮਨ ਖੁਸ਼ ਹੋ ਜਾਏ। ਧਰਮ ਦੀ ਦੁਨੀਆ ਵਿੱਚ ਜੇ ਜਾਈਏ, ਗੁਰੂ ਘਰ ਜਾਈਏ, ਕਿਸੇ ਮਹਾਂਪੁਰਸ਼ ਕੋਲ ਜਾਈਏ, ਉੱਥੇ ਅਸੀਂ ਕਹਿੰਦੇ ਜੀ ਕੋਈ ਰੱਬ ਦੀ ਗੱਲ ਸੁਣਾ ਦਿਓ, ਵੀ ਸ਼ਬਦ ਹੀ ਨੇ। ਸ਼ਬਦਾਂ ਨਾਲ ਇਸ ਸੰਸਾਰ ਵਿੱਚ ਸਾਂਝ ਬਣੀ ਹੈ ਤੇ ਇਹ ਮਨ ਹਰ ਵੇਲੇ ਸ਼ਬਦ ਸੁਣਨਾ ਚਾਹੁੰਦਾ ਹੈ, ਸ਼ਬਦ ਕਹਿਣਾ ਚਾਹੁੰਦਾ ਹੈ। ਸਾਰੇ ਸੰਸਾਰ ਦਾ ਅੱਜ ਜੇ ਆਪਸ ਵਿੱਚ ਕੋਈ ਰਿਸ਼ਤਾ ਹੈ ਨਾ, ਉਹ ਸ਼ਬਦਾਂ ਕਰਕੇ ਹੀ ਹੈ, ਉਹ ਅੱਖਰਾਂ ਕਰਕੇ ਹੀ ਹੈ। ਜੇ ਸ਼ਬਦ ਖਤਮ ਹੋ ਜਾਣ ਤਾਂ ਸੋਚ ਕੇ ਵੇਖੋ ਜ਼ਿੰਦਗੀ ਕਿਹੋ ਜਿਹੀ ਹੋਏਗੀ। ਸੰਸਾਰ ਵਿੱਚੋਂ ਸ਼ਬਦ ਔਰ ਅੱਖਰ ਖਤਮ ਹੋ ਜਾਣ, ਸੰਸਾਰ ਸੁੰਨਾ ਸੁੰਨਾ ਲੱਗੇਗਾ। ਪਰ ਮਨ ਨੂੰ ਜੇ ਕਿਤੇ ਇਕੱਲੇ ਰਹਿਣ ਦਾ ਸਮਾਂ ਮਿਲਦਾ, ਇਹ ਇਕੱਲਾ ਮਨ ਗੁਰੂ ਦੀ ਸ਼ਰਨ ਵਿੱਚ ਰਹਿਣ ਦੀ ਬਜਾਏ, ਗੁਰੂ ਦੇ ਨਾਲ ਰਹਿਣ ਦੀ ਬਜਾਏ, ਮਨ ਵਿੱਚ ਹੀ ਕੋਈ ਨਾ ਕੋਈ ਕਹਾਣੀ ਘੜ ਲੈਂਦਾ, ਦੋ ਪਾਤਰ ਬਣਾ ਲੈਂਦਾ। ਫਿਰ ਮਨ ਉਹ ਪਾਤਰਾਂ ਨਾਲ ਗੱਲਾਂ ਕਰਨ ਲੱਗ ਪੈਂਦਾ। ਮੰਨ ਲਓ ਕਿਸੇ ਨੂੰ ਇਹਨੇ ਮਿਲਣ ਜਾਣਾ ਸੀ, ਅੱਜ ਜੇਲ੍ਹ 'ਚ ਬੈਠਾ ਨਹੀਂ ਜਾ ਸਕਦਾ, ਪਰ ਮਨ ਵਿੱਚ ਚੱਲ ਰਿਹਾ ਵੀ ਜਦੋਂ ਮਿਲਿਆ ਮੈਂ ਉਹਨੂੰ ਆਹ ਕਹਿਣਾ, ਮੈਂ ਉਹਨੂੰ ਆਹ ਕਹਿਣਾ, ਮੈਂ ਉਹਦੇ ਨਾਲ ਆਹ ਵੀ ਗੱਲ ਕਰਨੀ ਆ, ਵੀ ਅੰਦਰ ਉਹ ਸ਼ਬਦ ਤਾਂ ਚੱਲ ਰਿਹਾ। ਫਲਾਣਾ ਜਦੋਂ ਮੇਰੀ ਮੁਲਾਕਾਤ ਤੇ ਆਇਆ, ਮੈਂ ਆਹ ਗੱਲਾਂ ਉਹਦੇ ਨਾਲ ਕਰਨੀਆਂ ਨੇ। ਜਦੋਂ ਵੀ ਮੈਨੂੰ ਉਹ ਮਿਲਿਆ, ਮੈਂ ਉਹਨੂੰ ਆਹ ਸੁਨੇਹਾ ਦੇ ਦੇਣਾ, ਮੈਂ ਜਦੋਂ ਟੈਲੀਫੋਨ ਕੀਤਾ, ਮੈਂ ਉਹਨੂੰ ਆਹ ਸੁਨੇਹਾ ਦੇਣਾ। ਗੱਲ ਸ਼ਬਦਾਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਇਹ ਮਨ ਇਕੱਲਾ ਰਹਿਣ ਦਾ ਜਦੋਂ ਮੌਕਾ ਮਿਲਿਆ, ਚੰਗਾ ਹੁੰਦਾ ਜਦੋਂ ਗੁਰੂ ਨਾਲ ਸਾਂਝ ਪਾ ਲੈਂਦਾ ਹੈ। ਪਰ ਉਦੋਂ ਵੀ ਇਹਨੇ ਦੋ ਪਾਤਰ ਬਣਾ ਕੇ ਅੰਦਰ ਆਪਣੀ ਝੂਠੀ ਮੂਠੀ ਕਹਾਣੀ ਘੜ ਕੇ ਅੰਦਰ ਇੰਨਾ ਰੌਲਾ ਪਾ ਲਿਆ, ਕੱਲਾ ਰਹਿ ਕੇ ਵੀ ਗੁਰੂ ਦੀ ਸ਼ਰਨ ਵਿੱਚ ਨਹੀਂ ਰਹਿ ਸਕਿਆ, ਕੱਲਾ ਰਹਿ ਕੇ ਵੀ ਗੁਰੂ ਦੇ ਕੋਲ ਨਹੀਂ ਰਹਿ ਸਕਿਆ। ਪਾਤਸ਼ਾਹ ਕਹਿੰਦੇ, ਮੈਂ ਤਾਂ ਤੈਨੂੰ ਇਹ ਕਹਿਣਾ, ਜੇ ਮੇਰੇ ਕੋਲ ਆਇਆ ਤੂੰ ਇਸ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖ। ਇਹ ਮਨ ਨੂੰ ਕਹਿ ਵੀ ਇਹ ਸਦਾ ਗੁਰੂ ਦੇ ਨਾਲ ਰਵੇ, ਪਰਮਾਤਮਾ ਦੇ ਨਾਲ ਰਵੇ। ਔਰ ਗੁਰੂ ਕੋਲ ਅਸੀਂ ਆਉਂਦੇ ਹਾਂ ਇਸੇ ਕਰਕੇ ਆਉਂਦੇ ਹਾਂ ਕਿਉਂਕਿ ਗੁਰੂ ਸਾਡੀ ਜ਼ਿੰਦਗੀ 'ਚ ਦੋ ਤਿੰਨ ਕੰਮ ਕਰਦਾ ਹੈ। ਪਹਿਲਾ ਕੰਮ ਗੁਰੂ ਇਹ ਕਰਦਾ ਵੀ ਸਾਡੇ ਔਗਣ ਖਤਮ ਕਰਦਾ ਹੈ। ਜਿੰਨੇ ਵੀ ਦੁੱਖ ਨੇ, ਰੋਗ ਨੇ, ਸੰਤਾਪ ਨੇ, ਔਗਣ ਨੇ ਨਾ, ਜਿਹੜੇ ਸਾਨੂੰ ਪਰਮਾਤਮਾ ਨੂੰ ਮਿਲ ਨਹੀਂ ਦੇ ਰਹੇ, ਗੁਰੂ ਪਹਿਲਾ ਕੰਮ ਇਹ ਕਰਦਾ ਕਿ ਉਹ ਔਗਣਾਂ ਨੂੰ ਖਤਮ ਕਰਨਾ ਸ਼ੁਰੂ ਕਰਦਾ ਹੈ, ਸਾਨੂੰ ਤਰਾਸ਼ਣਾ ਸ਼ੁਰੂ ਕਰਦਾ ਹੈ, ਸਾਡੀ ਘਾਟ ਘਟਣੀ ਸ਼ੁਰੂ ਕਰਦਾ ਵੀ ਤਾਂ ਕਿ ਤੇਰਾ ਪਰਮਾਤਮਾ ਨਾਲ ਮਿਲਾਪ ਹੋ ਜਾਏ, ਪਰਮਾਤਮਾ ਨੂੰ ਜੋ ਕੁਝ ਪਸੰਦ ਹੈ। ਫਿਰ ਦੂਸਰਾ ਕੰਮ ਗੁਰੂ ਇਹ ਕਰਦਾ ਕਿ ਜਿਹੜੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਕਰਾਉਣ ਵਾਲੇ ਗੁਣ ਨੇ, ਔਗਣ ਖਤਮ ਕਰਦਾ ਹੈ। ਰੱਬ ਦੇ ਘਰ ਵਿੱਚ ਕਬੂਲ ਕਰਾਉਣ ਵਾਲੇ ਗੁਣ ਸਾਡੀ ਜ਼ਿੰਦਗੀ ਵਿੱਚ ਪਾਉਂਦਾ ਹੈ। ਦੂਸਰਾ ਕੰਮ ਗੁਰੂ ਸਾਹਿਬ ਇਹ ਕਰਦੇ ਹੈ। ਤੀਸਰਾ ਕੰਮ ਗੁਰੂ ਜੀ ਇਹ ਕਰਦੇ ਆ ਕਿ ਸਾਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਆ। ਇਹ ਤਿੰਨੇ ਕੰਮ ਬੜੇ ਅਹਿਮ ਨੇ।
ਅਸਲ ਮਿੱਤਰ ਹੀ ਉਹ ਹੁੰਦਾ ਹੈ ਜਿਹੜਾ ਤੁਹਾਡੀ ਘਾੜ ਤੇ ਇਮਾਨਦਾਰੀ ਨਾਲ ਖੜੇ। ਜਿਹੜਾ ਐਵੇਂ ਚਾਪਲੂਸੀ ਕਰੀਦਾ ਹੈ ਨਾ ਵੀ ਨਹੀਂ ਬਹੁਤ ਵਧੀਆ ਤੇ ਹੋਵੇ ਨਾ, ਝੂਠੀ ਮੂਠੀ ਅੱਲਾਸ਼ੇਰੀ ਦੇ ਕੇ ਨੁਕਸਾਨ ਕਰਾ ਦੇ, ਉਹ ਅਸਲ ਮਿੱਤਰ ਨਹੀਂ ਹੁੰਦਾ। ਮਿੱਤਰ ਉਹ ਹੁੰਦਾ ਜਿਹੜਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਵੇ। ਅਸਲ ਮਿੱਤਰ ਉਹ ਹੈ ਜਿਹੜਾ ਤੇਰੇ ਜੀਵਨ ਦੀ ਘਾਟ ਘੜਨ ਵਿੱਚ ਤੇਰਾ ਮਦਦਗਾਰ ਹੋਵੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੇ ਸਹੀ। ਉਹ ਮਿੱਤਰ ਹੈ ਜਿਹਦੀ ਸੰਗਤ ਕਰਕੇ, ਜਿਹਨੂੰ ਮਿਲਣ ਦੇ ਨਾਲ, ਸਾਡੀ ਜ਼ਿੰਦਗੀ ਵਿੱਚ ਆਉਣ ਦੇ ਨਾਲ ਸਾਡੀ ਦੁਰਮਤ ਭੈੜੀ ਮੱਤ ਖਤਮ ਹੋਵੇ ਔਰ ਸਾਡੀ ਭੈੜੀ ਮੱਤ ਖਤਮ ਕਰਨ ਵਿੱਚ ਸਾਡੀ ਉਹ ਮਦਦ ਕਰੇ, ਮਦਦਗਾਰ ਹੋਵੇ, ਉਹ ਮਿੱਤਰ ਹੁੰਦਾ। ਇਹ ਕੰਮ ਵੀ ਗੁਰੂ ਸਾਹਿਬ ਕਰਦੇ ਆ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭੈੜੀ ਮੱਤ ਖਤਮ ਹੋ ਜਾਂਦੀ ਹੈ, ਦੁਰਮਤ ਖਤਮ ਹੋ ਜਾਂਦੀ ਹੈ। ਗੁਰੂ ਦਾ ਸ਼ਬਦ ਜਿਵੇਂ ਜਿਵੇਂ ਮਨ ਵਿੱਚ ਵਸਦਾ ਜਾਂਦਾ, ਮਨ ਵਿੱਚੋਂ ਔਗਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂਕਿ ਸਾਚੇ ਸਾਹਿਬ ਸਭ ਗੁਣ, ਔਗਣ ਸਭ ਅਸਾਂ। ਜਿੰਨੇ ਗੁਣ ਨੇ, ਦੈਵੀ ਗੁਣ ਨੇ, ਚੰਗੇ ਗੁਣ ਨੇ, ਚੰਗੇ ਉਹ ਸਾਰੇ ਸਾਡੇ ਗੁਰੂ ਵਿੱਚ ਨੇ। ਜਿੰਨੇ ਵੀ ਔਗਣ ਨੇ ਉਹ ਸਾਰੇ ਸਾਡੇ ਵਿੱਚ ਨੇ। ਪਰ ਜੇ ਇਸ ਗੱਲ ਨੂੰ ਕੋਈ ਮੰਨ ਲਵੇ ਤਾਂ ਸਤਿਗੁਰੂ ਪਾਤਸ਼ਾਹ ਫਿਰ ਐਸੀ ਘਾਟ ਘੜਦੇ ਆ, ਸਾਡੇ ਮਨ ਨੂੰ ਇੰਨਾ ਸੋਹਣਾ ਬਣਾ ਦਿੰਦੇ ਆ। ਸਤਿਗੁਰੂ ਦਾ ਜਿਹੜਾ ਇਹ ਮਨ ਵਿਕਾਰਾਂ ਦੀ ਅੱਗ ਵਿੱਚ ਡੇਲੀ ਸੜ ਰਿਹਾ ਨਾ, ਕਾਇਆ ਆਰਣ ਮਨ ਵਿੱਚ ਲੋਹਾ, ਪੰਜ ਅਗਨ ਤੇ ਤਲਾਕ ਰਹੀ। ਜਿਹੜਾ ਇਹ ਮਨ, ਇਹ ਸਰੀਰ ਕਾਇਆ ਪਿਆ ਹੈ, ਇਹਦੇ ਵਿੱਚ ਜਿਹੜਾ ਮਨ ਟਿਕਿਆ ਹੋਇਆ ਹੈ, ਉਹ ਪੰਜ ਵਿਕਾਰਾਂ ਦੀ ਅੱਗ ਵਿੱਚ ਰੋਜ਼ ਸੜ ਰਿਹਾ। ਸਤਿਗੁਰੂ ਉਹਦੇ ਤੋਂ ਵੀ ਬਚਾਉਂਦੇ ਆ ਵੀ ਇਹ ਇੰਨਾ ਵੀ ਨਾ ਸੜ ਜਾਏ ਵੀ ਪਰਵਾਹ ਨਹੀਂ ਨਾ ਹੋ ਸਕੇ। ਗੁਰੂ ਦਾ ਸੁਭਾਗ ਦਾ ਪਰਉਪਕਾਰ ਹੈ। ਤਾਂ ਇਸ ਲਈ ਪਾਤਸ਼ਾਹ ਹੌਲੀ ਹੌਲੀ ਔਗਣ ਖਤਮ ਕਰਦੇ ਆ। ਗੁਣ ਸਾਡੀ ਜ਼ਿੰਦਗੀ ਵਿੱਚ, ਉਹ ਗੁਣ ਜਿਹਨੂੰ ਮਾਰੇ ਕਹਿੰਦੇ ਆ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿਨ੍ਹਾਂ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਔਰ ਭਗਤੀ ਪ੍ਰਵਾਨ ਨਹੀਂ ਹੁੰਦੀ, ਉਹ ਗੁਣ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਦੇ ਆ। ਤੇ ਤੀਸਰਾ ਸਭ ਤੋਂ ਵੱਡਾ ਕੰਮ, ਅਹਿਮ ਕੰਮ ਵਿਚੋਲਗਿਰੀ ਦਾ। ਗੁਰੂ ਸਾਹਿਬ ਸਾਨੂੰ ਪਰਮਾਤਮਾ ਨੂੰ ਬਣਾਉਂਦਾ ਸੀ। ਵਿਚੋਲਾ ਉਸੇ ਨੂੰ ਪਾਉਂਦੇ ਆ ਜਦੋਂ ਦਰਿਆਵੀ ਰਿਸ਼ਤਾ ਜੁੜਦਾ, ਜਿਹੜਾ ਦੋਵੇਂ ਧਿਰਾਂ ਨੂੰ ਜਾਣਦਾ ਹੋਵੇ, ਜਿਹਨੂੰ ਸਾਡਾ ਵੀ ਪਤਾ ਹੋਵੇ ਦੂਸਰੇ ਘਰ ਦਾ, ਉਸੇ ਨੂੰ ਵਿਚੋਲਾ ਬਣਾਉਂਦੇ ਆ ਨਾ। ਜਿਹੜਾ ਇੱਕ ਧਿਰ ਨੂੰ ਜਾਣਦਾ ਹੋਵੇਗਾ ਉਹ ਵਿਚੋਲਾ ਬਣ ਕੇ ਰਿਸ਼ਤਾ ਕਿਵੇਂ ਜੁੜ ਸਕਦਾ? ਉਹੀ ਰਿਸ਼ਤਾ ਕਾਮਯਾਬ ਹੁੰਦਾ ਜਿਹੜਾ ਵਿਚੋਲਾ ਦੋਵੇਂ ਧਿਰਾਂ ਦਾ ਵਾਕਫ ਹੋਵੇ। ਜਿਹੜਾ ਇੱਕ ਧਿਰ ਨੂੰ ਚੰਗੀ ਤਰ੍ਹਾਂ ਜਾਣਦਾ, ਇੱਕ ਨੂੰ ਨਹੀਂ ਜਾਣਦਾ, ਉੱਥੇ ਤਕਰਾਰ ਹੁੰਦਾ ਹੈ, ਉੱਥੇ ਤਰੇੜ ਆਉਂਦੀ ਹੈ। ਪਰ ਸਤਿਗੁਰੂ ਪਾਤਸ਼ਾਹ ਤਾਂ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ, ਪਰਮਾਤਮਾ ਨੂੰ ਵੀ ਜਾਣਦੇ ਆ। ਪਰਮਾਤਮਾ ਦਾ ਸਰਗੁਣ ਸਰੂਪ ਹੀ ਨੇ। ਸਾਡੇ ਬਾਰੇ ਗੁਰੂ ਸਾਹਿਬ ਨੂੰ ਚੰਗੀ ਤਰ੍ਹਾਂ ਪਤਾ ਕਿ ਸਾਡੇ ਅੰਦਰ ਕੀ ਆ, ਕਿਹੜੇ ਔਗਣ ਨੇ, ਤੇ ਪਰਮਾਤਮਾ ਦੇ ਵੀ ਉਹ ਵਾਕਫਕਾਰ ਨੇ। ਇਸੇ ਕਰਕੇ ਸਿੱਖ ਦਾ ਰਿਸ਼ਤਾ ਪਰਮਾਤਮਾ ਨਾਲ ਜੁੜ ਜਾਂਦਾ ਹੈ, ਕਿਉਂਕਿ ਗੁਰੂ ਸਾਹਿਬ ਐਸੀ ਘਾਟ ਘੜਦੇ ਹੈ, ਔਗਣਾਂ ਨੂੰ ਹੌਲੀ ਹੌਲੀ ਖਤਮ ਕਰਕੇ ਗੁਣ ਜ਼ਿੰਦਗੀ ਵਿੱਚ ਪਾ ਕੇ। ਗੁਰੂ ਸਾਹਿਬ ਨੂੰ ਪਤਾ ਵੀ ਪਰਮਾਤਮਾ ਨੂੰ ਕਿਹੋ ਜਿਹਾ ਸੁਭਾਅ ਪਸੰਦ ਹੈ, ਕਿਹੋ ਜਿਹੇ ਕਰਮ ਪਸੰਦ ਨੇ, ਕਿਹੋ ਜਿਹੀ ਇਨਸਾਨ ਦੀ ਮਾਨਸਿਕਤਾ ਹੋਵੇ ਤਾਂ ਪਰਮਾਤਮਾ ਪਸੰਦ ਕਰਦਾ ਹੈ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਜਾਣਦੇ ਆ। ਉਹ ਆਪਣੇ ਸਿੱਖ ਨੂੰ ਉਹ ਜਿਹਾ ਬਣਾ ਕੇ ਪਰਮਾਤਮਾ ਨਾਲ ਮਿਲਾ ਦਿੰਦੇ। ਤੋ ਇਸ ਲਈ ਪਾਤਸ਼ਾਹ ਨੇ ਅੱਜ ਮਨ ਨੂੰ ਸੰਬੋਧਨ ਕਰਕੇ ਕਿਹਾ ਕਿ ਮਨਾ, ਗੁਰੂ ਦੇ ਨਾਲ ਰਹਿਣਾ ਸਿੱਖ। ਜੇ ਕਿਤੇ ਇਕੱਲੇ ਰਹਿਣ ਦਾ ਸਮਾਂ ਮਿਲਦਾ ਤੇ ਇਹ ਮਨ ਨੂੰ ਧਿਆਨ ਨਾਲ ਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੋੜ ਲਾ। ਜਿਹੜਾ ਵੀ ਸ਼ਬਦ ਤੈਨੂੰ ਆਉਂਦਾ ਹੈ ਉਸ ਸ਼ਬਦ ਦੇ ਨਾਲ ਜੁੜ ਜਾ। ਉਹ ਸ਼ਬਦ ਤੇ ਜਿਹੜਾ ਸ਼ਬਦ ਜਿੱਥੋਂ ਆਉਂਦਾ ਨਾ, ਸਾਨੂੰ ਉਹਦੇ ਖਿਆਲ ਸਾਡੇ ਸਾਹਮਣੇ ਲੈ ਆਉਂਦਾ, ਉਹਦੀ ਹਸਤੀ ਸਾਡੇ ਸਾਹਮਣੇ ਲੈ ਆਉਂਦਾ ਹੈ। ਜਿਹੜਾ ਸ਼ਬਦ ਜਿੱਥੋਂ ਆਇਆ ਹੋਵੇ ਉਹ ਜਿਹਾ ਸਾਨੂੰ ਸੁਭਾਅ ਤੇ ਉਹ ਜਿਹਾ ਵਰਤਾਓ ਵੀ ਦੇ ਦਿੰਦਾ। ਹੁਣ ਸ਼ਬਦ ਕਿਸੇ ਨੇ ਕ੍ਰੋਧ ਵਿੱਚ ਗਏ ਹੋਣ, ਉਹ ਸ਼ਬਦ ਸੁਣ ਕੇ ਸਾਨੂੰ ਵੀ ਗੁੱਸਾ ਆਏਗਾ। ਸ਼ਬਦ ਕਿਸੇ ਨੇ ਪਿਆਰ ਵਿੱਚ ਗਏ ਹੋਣ, ਉਹ ਸੁਣ ਕੇ ਸਾਨੂੰ ਵੀ, ਸਾਡੇ ਵੀ ਮਨ ਵਿੱਚ ਉਹਦੇ ਲਈ ਸਨੇਹ ਪੈਦਾ ਹੋਏਗਾ। ਸ਼ਬਦ ਕਿਸੇ ਨੇ ਵਿਰਾਗ ਵਿੱਚ ਗਏ ਹੋਣ ਤਾਂ ਉਹ ਸੁਣ ਕੇ ਸਾਡੇ ਮਨ ਵਿੱਚ ਵੀ ਵਿਰਾਗ ਪੈਦਾ ਹੋਏਗਾ। ਇਸ ਲਈ ਸ਼ਬਦ ਜਿਹੋ ਜਿਹਾ ਹੁੰਦਾ ਹੈ, ਜਿੱਥੋਂ ਕਿਤੋਂ ਆਉਂਦਾ ਹੈ, ਉਹ ਸਾਨੂੰ ਉਸ ਪਾਸੇ ਸਾਡਾ ਇੱਕਦਮ ਖਿਆਲ ਜਿਹੜਾ ਉਹ ਲੈ ਜਾਂਦਾ ਹੈ। ਪਰ ਇੱਥੇ ਸ਼ਬਦ ਦੇ ਬਦਲੇ ਸ਼ਬਦ ਨਹੀਂ ਮਿਲਦਾ, ਇਹ ਵੀ ਗੱਲ ਖਿਆਲ ਵਿੱਚ ਰੱਖਿਓ।
ਹੁਣ ਸੰਤਰੇ ਦਾ ਜੂਸ ਪੀ ਰਹੇ ਹੋ, ਰਸ ਪੀ ਰਹੇ ਹੋ, ਤੇ ਹੁਣ ਸੰਤਰੇ ਦਾ ਆਕਾਰ ਤਾਂ ਉਹਦੇ ਵਿੱਚ ਨਹੀਂ ਨਾ। ਸੰਤਰੇ ਦਾ ਆਕਾਰ ਤਾਂ ਖਤਮ ਹੋ ਗਿਆ। ਆਕਾਰ ਤੋਂ ਬਾਅਦ ਉਹਦਾ ਅਰਕ ਜਿਹੜਾ, ਉਹਦਾ ਰਸ, ਉਹ ਤੁਸੀਂ ਮਾਣ ਰਹੇ ਹੋ। ਜੇ ਹੁਣ ਉਹਦਾ ਰਸ ਵੀ ਮਾਣੀਏ ਤੇ ਕਹੀਏ ਪੂਰਾ ਆਕਾਰ ਵੀ ਸਾਡੇ ਸਾਹਮਣੇ ਹੋਵੇ, ਨਹੀਂ। ਉਹਨੇ ਆਪਣਾ ਆਪ ਗਵਾ ਕੇ ਤੈਨੂੰ ਰਸ ਦਿੱਤਾ, ਹੁਣ ਉਹ ਰਸ ਨੂੰ ਮਾਣ, ਆਕਾਰ ਨੂੰ ਛੱਡ ਦੇ। ਆਕਾਰ ਦੀ ਪਹਿਲੀ ਸਟੇਜ ਤੇ ਲੋੜ ਹੁੰਦੀ ਹੈ। ਜਿਵੇਂ ਬੱਚੇ ਪਹਿਲੇ ਵਾਰੀ ਸਕੂਲ ਜਾਂਦੇ ਆ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ A for ਐਪਲ, ਨਾਲ ਉਹਦੀ ਤਸਵੀਰ ਵੀ ਹੁੰਦੀ ਹੈ, ਨਾਲ ਸ਼ਬਦ ਵੀ ਹੁੰਦਾ ਹੈ। B for ਬੈਟ, ਬੈਟ ਵੀ ਉੱਥੇ ਬਣਿਆ ਹੁੰਦਾ ਤੇ ਸ਼ਬਦ ਵੀ ਹੁੰਦੇ ਆ। C for ਕੈਟ, ਜਿਵੇਂ ਊੜਾ ਊਠ, ਆੜਾ ਅੰਬ, ਇਹ ਸਾਰਾ ਪਹਿਲੀਆਂ ਸਟੇਜ ਦੀਆਂ ਗੱਲਾਂ ਨੇ ਜਿੱਥੇ ਸ਼ਬਦ ਵੀ ਹੁੰਦਾ, ਤਸਵੀਰ ਵੀ ਹੁੰਦੀ ਹੈ। ਲੇਕਿਨ ਜਗਿਆਸੂ ਅਭਿਆਸ ਕਮਾਈ ਕਰਦਾ ਕਰਦਾ ਜਿਵੇਂ ਜਿਵੇਂ ਉਹ ਬੱਚਾ ਕਲਾਸਾਂ ਨੂੰ ਪੜ੍ਹਦਾ ਸਟੈਪ ਬਾਈ ਸਟੈਪ ਅੱਗੇ ਚੱਲਦਾ ਜਾਂਦਾ ਹੈ, ਫਿਰ ਉਹ ਇੱਕ ਸਮਾਂ ਆਉਂਦਾ ਜਿੱਥੇ ਤਸਵੀਰਾਂ ਛੱਡ ਦਿੰਦਾ ਤੇ ਸ਼ਬਦ ਨੂੰ ਪੜ੍ਹ ਲੈਂਦਾ। ਹੁਣ ਉਹਨੂੰ ਐਪਲ ਕੋ ਸਮਝ ਆ ਜਾਏਗੀ, ਉਹਨੂੰ ਤਸਵੀਰ ਦਿਖਾਉਣ ਦੀ ਲੋੜ ਨਹੀਂ। ਹੁਣ ਉਹਨੂੰ ਅੰਬ ਕੋ ਸਮਝ ਆ ਜਾਏਗੀ ਵੀ ਕਿਸ ਚੀਜ਼ ਦਾ ਨਾਂ ਅੰਬ ਹੈ, ਉਹਨੂੰ ਅੰਬ ਦਿਖਾਉਣ ਦੀ ਲੋੜ ਨਹੀਂ ਹੈ। ਜਿਹੜਾ ਨਲਾਇਕ ਹੋਵੇ ਉਹ ਅਖੀਰ ਤੱਕ ਤਸਵੀਰਾਂ ਵੀ ਨਾਲ ਹੀ ਨਹੀਂ ਵਰਦਾ, ਜਦ ਕਿ ਤਸਵੀਰਾਂ ਨੇ ਇੱਕ ਜਗ੍ਹਾ ਰੁਕ ਜਾਣਾ ਹੈ। ਸ਼ਬਦ ਨੇ ਹਰ ਵੇਲੇ ਸਾਡੇ ਨਾਲ ਚੱਲਣਾ ਹੁੰਦਾ ਹੈ, ਸ਼ਬਦ ਨੇ ਅੱਗੇ ਤੱਕ ਨਾਲ ਜਾਣਾ ਹੁੰਦਾ ਹੈ। ਪਰ ਇਹ ਵੀ ਗੱਲ ਯਾਦ ਰੱਖਿਓ, ਸ਼ਬਦ ਦੇ ਬਦਲੇ ਕੋਈ ਸ਼ਬਦ ਨਹੀਂ ਦਿੰਦਾ। ਤੁਸੀਂ ਮੈਡੀਕਲ ਦੀ ਦੁਕਾਨ ਤੇ ਜਾਂਦੇ ਹੋ ਤਾਂ ਕਰੋਸੀਨ ਗੋਲੀ ਮੰਗਦੇ ਹੋ, ਕਰੋਸੀਨ ਤੁਸੀਂ ਸ਼ਬਦ ਦਿੱਤਾ ਹੈ। ਹੁਣ ਜੋ ਕਰੋਸੀਨ ਦੇ ਬਦਲੇ ਤੁਹਾਨੂੰ ਕਰੋਸੀਨ ਪਰਚੀ ਤੇ ਲਿਖ ਕੇ ਦੇ ਦੇ, ਕਿਵੇਂ ਬੁਖਾਰ ਉਤਰੇਗਾ? ਤੁਸੀਂ ਕਹੋਗੇ ਵੀ ਨਹੀਂ, ਕਰੋਸੀਨ ਤਾਂ ਮੈਂ ਬੋਲਿਆ, ਮੈਨੂੰ ਕਰੋਸੀਨ ਦੇ ਬਦਲੇ ਸ਼ਬਦਾਂ 'ਚ ਕਰੋਸੀਨ ਨਹੀਂ ਚਾਹੀਦਾ, ਮੈਨੂੰ ਗੋਲੀ ਚਾਹੀਦੀ ਹੈ, ਪ੍ਰੈਕਟੀਕਲ ਚਾਹੀਦੀ ਹੈ, ਤਾਂ ਮੇਰਾ ਇਲਾਜ ਹੋਣਾ। ਕਿਸੇ ਤੋਂ ਤੁਸੀਂ ਪਾਣੀ ਮੰਗੋ, ਪਾਣੀ ਤੁਸੀਂ ਸ਼ਬਦ ਵਿੱਚ ਕਿਹਾ ਵੀ ਪਾਣੀ ਦੇ, ਹੁਣ ਕਾਗਜ਼ ਤੇ ਪਾਣੀ ਲਿਖ ਕੇ ਦੇ ਦੇ, ਕਿਵੇਂ ਪਿਆਸ ਮੁੱਕੇਗੀ? ਤੇ ਫਿਰ ਇਹੀ ਕਹੋਗੇ ਨਾ ਵੀ ਭਾਈ ਨਹੀਂ ਨਹੀਂ, ਪਾਣੀ ਮੈਂ ਸ਼ਬਦ ਬੋਲਿਆ, ਮੈਨੂੰ ਸ਼ਬਦਾਂ ਬਦਲੇ ਸ਼ਬਦ ਨਹੀਂ ਚਾਹੀਦਾ, ਜਿਹੜਾ ਸ਼ਬਦ ਮੈਂ ਬੋਲਿਆ ਉਹ ਸ਼ਬਦ ਦਾ ਮੈਨੂੰ ਰਸ ਚਾਹੀਦਾ, ਉਹਦਾ ਤੱਤ ਚਾਹੀਦਾ ਮੈਨੂੰ। ਤਾਂ ਇਸ ਲਈ ਇੱਥੇ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੂੰ ਵਾਹਿਗੁਰੂ ਕਹਿਣਾ ਹੈ, ਵਾਹਿਗੁਰੂ ਸ਼ਬਦ ਦੇ ਬਦਲੇ ਤੈਨੂੰ ਵਾਹਿਗੁਰੂ ਨਹੀਂ ਮਿਲਣਾ ਤੇ ਮੰਗੀ ਵੀ ਨਾ। ਜਿਹੜਾ ਜਗਿਆਸੂ ਹੈ ਉਹ ਵਾਹਿਗੁਰੂ ਕਹਿ ਕੇ ਵਾਹਿਗੁਰੂ ਸ਼ਬਦ ਨਹੀਂ ਮੰਗਦਾ, ਉਹ ਵਾਹਿਗੁਰੂ ਕਹਿਣ ਤੋਂ ਬਾਅਦ ਉਸ ਪਰਮਾਤਮਾ ਦੀ ਹਸਤੀ ਨੂੰ ਮੰਗਦਾ ਹੈ। ਉਹਨੂੰ ਮੰਗਦਾ ਹੈ ਜਿਹਦਾ ਨਾਮ ਵਾਹਿਗੁਰੂ ਹੈ ਕਿ ਉਹਦਾ ਰਸ ਮੈਨੂੰ ਦੇ ਦਿਓ, ਉਹਦਾ ਆਕਾਰ ਨਹੀਂ, ਮੈਨੂੰ ਉਹਦਾ ਸ਼ਬਦ ਬਦਲੇ ਸ਼ਬਦ ਨਹੀਂ ਚਾਹੀਦਾ। ਮੈਂ ਜਿਹਨੂੰ ਯਾਦ ਕਰ ਰਿਹਾ ਉਹਦੀ ਹੋਂਦ ਹਸਤੀ ਮੇਰੇ ਅੰਦਰ ਵਸਾ ਦਿਓ, ਉਹਦਾ ਰਸ ਮੇਰੇ ਅੰਦਰ ਟਿਕਾ ਦਿਓ, ਕਿਉਂਕਿ ਜਿਹੜਾ ਮੈਂ ਨਾਮ ਜਪ ਰਿਹਾ ਉਹਦਾ ਰਸ ਮੈਨੂੰ ਆਉਣ ਲੱਗ ਪਿਆ। ਜਿਹੜੇ ਸ਼ਬਦ ਬੋਲ ਰਹੇ ਹੋ ਜਦੋਂ ਉਹਦਾ ਰਸ ਆਉਣ ਲੱਗ ਪੈਂਦਾ ਹੈ, ਫਿਰ ਇਹ ਮਨ ਕੱਲਾ ਰਹਿਣਾ ਵੀ ਸਿੱਖ ਲੈਂਦਾ। ਤੇ ਕੱਲਾ ਤਾਂ ਕਿਉਂ ਹੁੰਦਾ? ਫਿਰ ਇਹਦਾ ਇਹ ਮਨ ਜਿਹੜਾ ਗੁਰੂ ਨਾਲ ਰਹਿਣਾ ਸਿੱਖ ਲੈਂਦਾ ਹੈ। ਜਿਹਨੂੰ ਗੁਰੂ ਅਮਰਦਾਸ ਕਹਿ ਰਿਹਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ? ਕਿਉਂ ਆਪਣੇ ਮਨ ਤੋਂ ਵਿਸਾਰਦਾ ਜਿਹੜਾ ਸਾਰੀਆਂ ਗੱਲਾਂ ਵਿੱਚ ਸਮਰੱਥ ਹੈ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਆਪਣੇ ਮਨ ਨੂੰ ਇਹ ਕਹੋ ਕਿ ਸਦਾ ਹੀ ਉਸ ਪਰਮਾਤਮਾ ਦੇ ਨਾਲ ਰਹਿ। ਨਾਲ ਕਿਵੇਂ ਰਹਿਣਾ? ਉਹਨੂੰ ਯਾਦ ਕਰਕੇ। ਨਾਲ ਕਿਵੇਂ ਰਹਿਣਾ? ਉਹਨੂੰ ਆਪਣੇ ਸਿਮਰਤੀ ਵਿੱਚ ਲਿਆ ਕੇ, ਉਹਦਾ ਸਿਮਰਨ ਆਪਣੇ ਅੰਦਰ ਚਲਾ ਕੇ ਹੀ ਅਸੀਂ ਉਹਦੇ ਨਾਲ ਰਹਿ ਸਕਦੇ ਹਾਂ। ਗੱਲੀ ਬਾਕੀ ਉਹਦੇ ਨਾਲ ਨਹੀਂ ਰਿਹਾ ਜਾਣਾ। ਸਰੀਰ ਕਰਕੇ ਤੁਸੀਂ ਕਿੱਥੇ ਨਾਲ ਰਹੋਗੇ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਾਈ, ਸਿੱਖਾਂ ਨੇ ਪੁੱਛਿਆ ਸੀ, ਮਹਾਰਾਜ ਤੁਸੀਂ ਸਰੀਰ ਰੂਪ ਵਿੱਚ ਬੈਠੇ ਤਾਂ ਹੋ, ਗੁਰੂ ਗ੍ਰੰਥ ਸਾਹਿਬ ਦੀ ਪੀੜ ਕਿਉਂ ਲਿਖਾ ਰਹੇ ਹੋ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਵੀ ਸਰੀਰ ਇੱਕੋ ਸਮੇਂ, ਇੱਕੋ ਵੇਲੇ, ਇੱਕੋ ਟਾਈਮ ਹਰ ਜਗ੍ਹਾ ਨਹੀਂ, ਹਰ ਜਗ੍ਹਾ ਪਹੁੰਚ ਸਕਦਾ। ਮੇਰਾ ਸਰੀਰ ਇੱਕੋ ਵੇਲੇ, ਇੱਕੋ ਸਮੇਂ ਇੱਕ ਜਗ੍ਹਾ ਰਹਿ ਸਕਦਾ, ਸਾਰੀਆਂ ਜਗ੍ਹਾ ਤੇ ਕਿਵੇਂ ਜਾਏਗਾ? ਜਿਹੜੇ ਸਿੱਖ ਕਾਬਲ, ਕਧਾਰ, ਪੇਸ਼ਾਵਰ, ਲਾਹੌਰ ਦੂਰ ਦੂਰ ਬੈਠੇ ਨੇ, ਕੋਈ ਦਿੱਲੀ ਬੈਠਾ ਹੈ, ਕੋਈ ਗੁਜਰਾਤ 'ਚ ਬੈਠਾ ਹੈ, ਕੋਈ ਕਿਤੇ ਬੈਠਾ, ਉਹ ਕਿਵੇਂ ਦਰਸ਼ਨ ਕਰਨਗੇ ਇੱਕੋ ਵੇਲੇ? ਇਸ ਲਈ ਮੈਂ ਤੁਹਾਨੂੰ ਉਸ ਗੁਰੂ ਦੇ ਨਾਲ ਜੋੜਨਾ ਹੈ। ਉਹ ਗੁਰੂ ਤੁਹਾਨੂੰ ਦੇ ਕੇ ਜਾਣਾ ਜਿਹੜਾ ਇੱਕੋ ਸਮੇਂ, ਹਰ ਵੇਲੇ, ਹਰ ਟਾਈਮ, ਇੱਕੋ ਸਮੇਂ ਪੂਰੀ ਦੁਨੀਆ ਵਿੱਚ ਦਰਸ਼ਨ ਦੇ ਸਕਦਾ ਹੋਵੇ, ਪੂਰੀ ਦੁਨੀਆ ਦੀ ਅਗਵਾਈ ਕਰ ਸਕਦਾ ਹੋਵੇ, ਹਰ ਜਗ੍ਹਾ ਸਿੱਖ ਨੂੰ ਦਰਸ਼ਨ ਦੀਦਾਰ ਬਖਸ਼ ਕੇ ਨਿਹਾਲ ਕਰ ਸਕਦਾ ਹੋਵੇ। ਮੈਂ ਇਹੋ ਜਿਹਾ ਗੁਰੂ ਦੇਣਾ ਜਿਹੜਾ ਹਰ ਵੇਲੇ ਆਪਣੇ ਸਿੱਖ ਦੇ ਨਾਲ ਰਹਿ ਸਕਦਾ ਹੋਵੇ।
शरीर हर वेले नाल नहीं रह सकता, शब्द हर वेले नाल रह सकता। कितनी दूर अंदेशी धन गुरु अर्जन देव पता ही गुरु नानक साहब ने कहा सी शब्द गुरु सुरत तुन चेला। मेरा तो भाई जिहड़ा गुरु है वो शब्द है, ते इस शब्द जे गुरु शब्द है फिर शब्द का चेला भी शरीर नहीं होता, शब्द का चेला शरीर नहीं है। याद रखियो, जे गुरु शब्द है फिर शब्द का सुरत चेला बन के उन्होंने जपती है। सुरत ने शब्द के पिछे जाना है। बड़ा गंभीर विषय है, तो जिन्नी कि चलो सानू समझ आ जाए। अज सतगुरु मन को संबोधन करके सानू उपदेश दे रहे हैं, क्योंकि सारी गल मन ते टिकी है। मन मैले तो सब कुछ मैला, तन धोते मन हच्छा ना हो। जे साडा मन मैला तो सारा कुछ ही मैला है। जिस दिन मन निर्मल हो जाएगा, ताई महाराज ने कहा जियो निर्मल बाहरों निर्मल। पहला अंदरों निर्मल हो ताई तेरे बाहरले कर्म निर्मल होणगे। जे अंदर मैल इन्नी भरी हुई है, बाहरले कर्म भी तेरे साफ सुथरे नहीं हो सकते। जे अंदर मन शुद्ध नहीं है, तेरे बाहर कर्मां दे विचों भी हो जिहड़ी सतगुरु पातशाह ने कहा भी सारियां विचों गुरु परमात्मा वेखण दी वो दृष्टि तेरी नहीं बन सकती जे मन ही साफ नहीं है। मन ने तो इन्नियां वड्डियां इन्ना खलारा पाया हुआ, तेरे कर्म किवें साफ हो सकते हैं। इसलिए इत्थे मन साफ करके आउण वालियां नूं ही जगह मिलती है। मन साफ करके आउण वालियां नूं ही गुरु दरबार दे विच थां मिलती है। जिहड़ा कोई मन विच खोट रख के आउंदा वो परवान नहीं हुंदा। कहंदे ने एक बादशाह सी, उहदे कोले फौज भी है, धन दौलत भी है, पर नाल चलाकियां ने। बादशाह की कमी नहीं, धन दौलत की कमी नहीं, फौजा की कमी नहीं, पूरे देश में हुक्म चलता था। एक कंट्री का मालिक है, पर नाल चलाकियां भी ने। चतराई ना चतर कुछ पाई है। ये मन चंचला चतराई किने ना पाया, चतराई ना पाया किने तू सुन मन मेरिया। फिर इत्थे गल मन नूं पई है कि चलाकी नाल गुरु नूं छलण दा, गुरु नूं पाउण दा यतन ना करी। इत्थे चलाकी नाल किसे नूं भी नहीं मिलिया। भोले भाई मिले रघुराया, इत्थे भोले भा दे विचों मिलदा है। भोले भा दा मतलब जिहड़ा अंदरों बाहरों एक होवे, जिहड़ा बंदा बिल्कुल सीधी स्पष्ट गल कर दिंदा होवे, जिहड़ा इंसान सच्ची गल हर जगह को आपां कहने जे तो बहुत भोला भाला बंदा, इहनूं तो झूठ बोलना ही नहीं आउंदा, इहने तो जिहड़ी गल आ सच दस देनी है। ਇਹੋ जी बिरती वालियां नूं परमात्मा मिलदा, चलाकियां वालियां नूं नहीं। पर अज ये दरबार अपने ही शहर विच आए हुए ने, ये बादशाह अपने ही शहर विच है। एक निकड़ी जी उम्र, छोटी जी उम्र दा कामल मुर्शद, पूर्ण ते समर्थ गुरु बाबल मेरा बड़ समर्था, उस ओदे दीदारां लई तड़फ रहा है। देश दा बादशाह जिहदे कोले फौजा धन दौलत सारा कुछ है, पर चलाकियां ने। अज निक्की जी उम्र दे गुरु दे दर्शनां वास्ते तड़फ रहा है। सीधे दीदार मंगा वो देंदा नहीं, भेस बटा के जावा वो पहचान लेंदा है, कोई भेटा भेजा वो भी मोड़ देता है। दुखिए तो दुखिए ने भी उन्होंने दीदार करके दुख दूर कर ले। गरीब तो गरीब ने भी दर्शन पाके अपना लोक परलोक सुहेला कर लिया। गरीबां दी दुखियां दी तां भेटा कबूल हो गई, पर एक बादशाह इतना तड़फ रहा है, पर उसका कोई चारा नहीं चलता। ताकि एक बेनती अपने पुत्र राही भेजदा है। जदों ने भेस बटा के जाना चाहया तां भी गल ना बनी, कोई भेटा भेजी वो भी परवान ना होई, सीधे दर्शन कर लिया तां भी दरवाजा हुण अपने पुत्र राही उन्हें अपनी बेनती भेजी है। पुत्र गया, पर स्नेहा जी ने भेजा ध्यान तो उत्थे है ना, शब्द जिथों आए। हुण मैं पहले बेनती करी, जिथों शब्द आउंदे ने साडा ध्यान उत्थे ले जांदे, साडी सुरत उत्थे चले जांदी है। भेजिया जिन्हों मर्जी होवे, पर पिछे ये शब्द आए किहदे ने, कित्थों आए ने, किस मन विचों आए ने, किस हिरदे में गुरु तो जानदा ना। जदों पुत्र बेनती लैके गया अपने बाप दी, तो बादशाह ने फिर कह दिता, जवाब की सी, क्या खादा क्या पैदा होए, जा मन नाही सच्चा सोए। क्या मेवा क्या घ्यो गुड़ मिठा,
क्या मैदा क्या मांस, क्या कपड़ क्या सेज सुखाली, की जह भोग विलास, क्या लश्कर क्या नेम खुआसी, आवे पहली बास, नानक सच्चे नाम बिन सभे टोल विनाश। बादशाह कहते ने सच नहीं ਉਹਦੇ ਕੋਲ, ਉਹਦੇ ਮਨ ਵਿੱਚ ਫਰੇਬੀਆਂ ਨੇ, ਝੂਠ ਹੈ, ਮਕਾਰੀ ਹੈ, ईमानदारी नहीं है, पल पल ते धोखा सोचता ते करता है। इह जिहां नूं इस घर विच कोई थां नहीं है। ये बादशाह कोई होर नहीं है, इस बादशाह का नाम औरंगजेब है। ते किहदे दर्शनां लई तड़प रहा है? धन धन साहिब श्री गुरु हरकृष्ण साहब पातशाह दे। एक हिंदुस्तान का बादशाह 45 मिनट के करीब मिन्नतां तरले कर रहा है, वास्ते पा रहा, भेस वटा रहा, भी कोई चारा जोई नहीं चल रही कि मैं दर्शन हो जाए। तो सतगुरु पातशाह कहते तां जदों इहदी भेटा ना प्रवान होई ना, इहनूं दर्शन मिले, क्योंकि मन विच इहदे फरेब है, मन विच झूठ है, मन विच धोखा धड़ी है। तो गरीब नवाज सतगुरु कहते जो इहदे दर्शन करने आ तां भाई तैनूं मन साफ करके आउणा पएगा, तैनूं मन निर्मल करके आउणा पएगा, मन गुरु नूं समर्पण करके आउणा पएगा, मन नूं निमरता विच लैके आउणा पएगा। तां और भावना दे नाल अरदासां बेनतियां करके ही इत्थे तेरी गल बननी है। जे तू कहे मैं बादशाह, मैं अमीर हाँ, मैं धन दौलत मेरे कोले कमी नहीं, मैं गुरु नूं भी खरीद लांगा, मैं परमात्मा भी खरीद लांगा, नहीं कंचन सिउ पाईया नहीं तोल, मन दे राम लिया है मोल। इत्थे फिर अमीरां नूं पैसों के बदले रब नहीं मिलता, इत्थे तां मन देख के ही परमात्मा नाल संग बनदी है। पर वो मन में चलाकियां ना होण, पर यह मन कई बार माया के प्रभाव में आके असल उस तत्त भाव नूं, गुरु के तत्त सिद्धांत नूं नहीं समझदा, जिन्हों धन गुरु अर्जन दे गुरु अमरदास साहब पातशाह अज दे इस पावन पवित्र श्लोकां दे विच जिक्र कर रहे हैं। उन्होंने प्यार नाल सरवण करिए किवें कह रहे हैं धन गुरु अमरदास साहब सच्चे पातशाह जी। महाराज कहते मन ते विश्राम है, आपन जान ना सुझे, ना सुझे दरबार। ये जिहड़ा अचेत मन है ना, साढ़े 3 मन ने, एक मन है, एक अचेत मन है, एक सुचेत मन है। माइंड भी 2 ने, एक लेफ्ट माइंड है, एक राइट माइंड है। लेफ्ट माइंड तकरीबन नेगेटिव बहुत सोचता है, राइट माइंड जिहड़ा सज्जे पासे है ये पॉजिटिव बहुत सोचता है। तो महाराज साहब कहते हैं जिहड़ा अचेत मन है ये माया के प्रभाव में इन्ना आ चुकिया, इनू आउण जाण भुले पिया कि मैं बार बार आ रहा इस दुनिया से, बार बार जा रहा, कदे किसी जूनी च कदे किसी जूनी विच। इहदा अचेत मन का गुरु के शब्द तो दूर जाण करके इस गल नूं भुल गया कि मैनूं बार बार निखित जूना जाना पै रहा। इस गल नूं समझ नहीं रहा है, इस गल दी नूं सोझी नहीं आ रही। पातशाह कहते हे मन, तेनू जन्म मरण के गेड़ नहीं सोचता, तेनू एक ख्याल नहीं आता कि जन्म मरण के गेड़ विच पैना पएगा। जे मैं गुरु नाल ना जुड़िया, शब्द नाल ना जुड़िया, तेनू बार बार जमना पएगा, बार बार मरना पएगा। कई जन्म पे कीट पतंगा, कई जन्म का जमीन कुरंगा, कई जन्म पंखी सर्प होयो, कई जन्म है बिरख जोयो, मिल जगदीश मिलन की बरिया चिरंकाल। ए देश दरिया केतियां के बाप, केतियां के बेटे, केते गुर चेले फुन हुए। बार बार किन्ने जन्म जूनिया दे विचों निकल के आया, जे हुण भी ना गल बनी तो फिर इन्हां जूनां में जाना पएगा। ना सुझे दरबार, तेनू इस गल की भी समझ नहीं, माया ने इन्ना पड़दा पा लिया, तेनू गुरु की हजूरी भी याद नहीं आती, तेनू गुरु का दरबार भी याद नहीं आता, तेनू गुरु की शरण भी याद नहीं आती। धन गुरु अर्जन देव पातशाह हजे गुरु नहीं बने, पर जदों वो धन गुरु रामदास पातशाह जी का हुक्म मन के लाहौर ब्याह ते गए, पातशाह ने कोई गल कही सी, अर्जन देव चलिया भी हुक्म विच है ते आउणा भी हुक्म विच है। ये बड़ी प्रीख्या सी, ब्याह ते जाना कोई औखा नहीं सी, ब्याह ते जाके कामकार कराना एक औखी गल नहीं सी। औखा काम यह सी कि हुक्म विच जा रहा ते हुक्म विच ही वापस आउणा है। जिन्नी देर तक हुक्म नहीं साडा जाता उन्नी देर तक तू वापस नहीं आएगा। ते हुक्म नूं सतगुरु पातशाह ने देरी कर दी, क्योंकि इम्तिहान चल रहा है, टेस्ट आ परीक्षा, तो परीक्षा पाने वाले की मर्जी है उन्होंने किहो जी पानी है। यह तो इम्तिहान लैण वाले की मर्जी, उन्हें कितना औखा पेपर लेना है। पर सतगुरु पातशाह ने कई महीने लगा दिते।
ਨਾ ਸੁਝਿਆ ਦਰਬਾਰ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਭਾਈ ਤੇਰੇ ਅਚੇਤ ਮਨ ਨੂੰ ਨਾ ਗੁਰੂ ਦਾ ਦਰਬਾਰ ਨਾ ਗੁਰੂ ਦੀ ਸ਼ਰਨ ਨਜ਼ਰ ਆਉਂਦੀ ਹੈ। ਇੱਕ ਪਾਸੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਅੱਜ ਕਾਫੀ ਸਮਾਂ ਬੀਤ ਗਿਆ ਗੁਰੂ ਦੇ ਵਿਛੋੜੇ ਤੋਂ। ਸਰੀਰ ਕਰਕੇ ਵਿਛੋੜਾ ਹੈ, ਸ਼ਬਦ ਕਰਕੇ ਨਹੀਂ। ਪਰ ਫਿਰ ਵੀ ਉਹਨਾਂ ਨੇ ਆਪਣੀ ਤੜਫ ਆਪਣੇ ਮਨ ਦੀ ਭਾਵਨਾ ਜ਼ਾਹਰ ਕੀਤੀ। ਉਸ ਭਾਵਨਾ ਦੇ ਬੋਲ ਸਨ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਐ ਪ੍ਰਿਆ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ। ਤੇਰੇ ਦਰਬਾਰ ਤੋਂ ਬਿਨਾਂ ਪਾਤਸ਼ਾਹ ਨਾ ਨੀਂਦ ਆਉਂਦੀ ਹੈ ਨਾ ਚੈਨ ਆਉਂਦੀ ਹੈ। ਕਿਉਂ ਲੱਗਦਾ ਤੇਰੇ ਦਰਬਾਰ ਤੋਂ ਵਿਛੋੜਾ ਕਾਹਦਾ ਪਿਆ? ਇੱਕ ਇੱਕ ਘੜੀ ਦਾ ਵਿਛੋੜਾ ਜੋਗਾਂ ਸਮਾਨ ਬੀਤ ਰਿਹਾ। ਹਉ ਭੋਲੀ ਜੀਓ ਭੋਲ ਘੁਮਾਈ ਤੇ ਸੱਚੇ ਗੁਰ ਦਰਬਾਰੇ ਜੀਓ। ਮੈਂ ਤੁਹਾਡੇ ਦਰਬਾਰ ਤੋਂ ਸਦਕੇ ਜਾਣਾ, ਤੁਹਾਡੇ ਦਰਬਾਰ ਤੋਂ ਕੁਰਬਾਨ ਜਾਣਾ, ਜਿਸ ਦਰਬਾਰ ਵਿੱਚ ਬੈਠ ਕੇ ਘਾੜਤਾਂ ਘੜੀਆਂ ਜਾਂਦੀਆਂ ਨੇ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਭਾਈ ਤੈਨੂੰ ਉਸ ਦਰਬਾਰ ਉਹ ਤੈਨੂੰ ਨਜ਼ਰ ਹੀ ਨਹੀਂ ਆ ਰਿਹਾ ਜਿਹੜਾ ਸਭ ਤੇ ਉੱਚ ਜਾਗਾ ਦਰਬਾਰ। ਸਾਰੇ ਦਰਬਾਰਾਂ ਤੋਂ ਉੱਚਾ ਦਰਬਾਰ ਕਿਹਦਾ? ਪਰਮਾਤਮਾ ਦਾ। ਤੈਨੂੰ ਉਹ ਦਰਬਾਰ ਵੀ ਨਜ਼ਰ ਨਹੀਂ ਆ ਰਿਹਾ। ਸਗਲ ਭਗਤ ਜਾਗਾ ਨਾਮ ਆਧਾਰ। ਮਹਾਰਾਜ ਕਹਿੰਦੇ ਅਤ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛ ਪਾਰਾ ਵਾਰਾ। ਤੈਨੂੰ ਉਸ ਦਰਬਾਰ ਦੀ ਸਮਝ ਨਹੀਂ ਆ ਰਹੀ। ਸਵਾਮੀ ਸ਼ਰਨ ਪਰਿਓ ਦਰਬਾਰੇ। ਕਦੇ ਤਾਂ ਇਹ ਗੱਲ ਬਣੇ ਨਾ, ਕਦੇ ਤਾਂ ਆ ਕੇ ਅਰਦਾਸ ਕਰਕੇ ਪਾਤਸ਼ਾਹ ਮੈਂ ਤੇਰੇ ਸ਼ਰਨ ਵਿੱਚ ਆਇਆ, ਤੇਰੇ ਦਰਬਾਰ ਵਿੱਚ ਆਇਆ, ਉਸ ਦਰਬਾਰ ਵਿੱਚ ਆਇਆ ਜਿਸ ਦਰਬਾਰ ਚ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ। ਤੇਰੇ ਦਰਬਾਰ ਵਿੱਚ ਆ ਕੇ ਇੱਥੇ ਕਰੋੜਾਂ ਪਾਪ ਖਤਮ ਹੋ ਜਾਂਦੇ ਆ, ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਆ। ਤੁਝ ਬਿਨ ਕੌਣ ਉਧਾਰੇ। ਤੇਰੇ ਤੋਂ ਬਿਨਾਂ ਇਹ ਕੰਮ ਕੋਈ ਕਰ ਹੀ ਨਹੀਂ ਸਕਦਾ ਪਾਤਸ਼ਾਹ। ਮੈਨੂੰ ਉਸ ਦਰਬਾਰ ਦੀ ਸੋਝੀ ਮਿਲ ਗਈ ਜਿਸ ਦਰਬਾਰ ਵਿੱਚ ਆ ਕੇ ਕਈ ਜਨਮਾਂ ਦੇ ਪਾਪ ਜਿਹੜੇ ਆ ਉਹ ਕੱਟੇ ਜਾਂਦੇ ਆ ਤੇ ਕਈ ਜਨਮਾਂ ਦੇ ਦੁੱਖ ਰੋਗ ਕੱਟੇ ਜਾਂਦੇ ਆ। ਇਹ ਮਨ ਵੀ ਨਿਰਮਲ ਹੋ ਜਾਂਦਾ ਹੈ, ਇਹ ਤਨ ਵੀ ਪਾਕ ਪਵਿੱਤਰ ਹੋ ਜਾਂਦਾ। ਜਿਹਨੂੰ ਗੁਰੂ ਦਰਬਾਰ ਵਿੱਚ ਸੋਝੀ ਪਰਮਾਤਮਾ ਦੇ ਘਰ ਵਿੱਚ ਥਾਂ ਮਿਲ ਜਾਂਦੀ ਹੈ। ਮਿਲ ਕੇ ਉਹਨਾਂ ਨੂੰ ਜਿਨ੍ਹਾਂ ਦੇ ਮਨ ਨੂੰ ਗੁਰੂ ਦਾ ਦਰਬਾਰ ਨਜ਼ਰ ਆ ਗਿਆ। ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮਨ ਆਵਣ ਜਾਣ ਨਾ ਸੁਝੇ ਨਾ ਸੁਝਿਆ ਦਰਬਾਰ। ਮਨਾ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਤੇਰੇ ਲਈ ਆਉਣ ਜਾਣ ਦਾ ਗੇੜਾ ਬਣ ਜਾਏਗਾ? ਤੈਨੂੰ ਕਿਉਂ ਨਹੀਂ ਗੁਰੂ ਦਾ ਦਰਬਾਰ ਨਜ਼ਰ ਆ ਰਿਹਾ? ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗੁਬਾਰ। ਕਿਉਂ ਨਹੀਂ ਨਜ਼ਰ ਆ ਰਿਹਾ ਸਭ ਕੁਝ? ਕਿਉਂਕਿ ਮਨ ਮਾਇਆ ਦੇ ਵਿੱਚ ਲਿਪਟਿਆ ਹੋਇਆ ਹੈ। ਮਨ ਉੱਤੇ ਮਾਇਆ ਦੀ ਪਰਤ ਜੰਮੀ ਹੋਈ ਹੈ। ਮਨ ਮਾਇਆ ਦੇ ਮੋਹ ਵਿੱਚ ਇੰਨਾ ਕੁ ਖਚਤ ਹੋਇਆ ਪਿਆ ਹੈ। ਅੰਤਰ ਅਗਿਆਨ ਗੁਬਾਰ। ਅੰਦਰ ਪਾਤਸ਼ਾਹ ਕਹਿੰਦੇ ਇਹਦੇ ਆਤਮਿਕ ਜੀਵਨ ਵੱਲੋਂ ਬੇਸਮਝੀ ਹੈ, ਆਤਮਿਕ ਜੀਵਨ ਵੱਲੋਂ ਗੁੱਪ ਹਨੇਰਾ ਹੈ। ਬਾਹਰ ਤਾਂ ਨੇ ਬੜੇ ਦੀਵੇ ਬਾਲ ਲਏ, ਬਾਹਰ ਬੜੇ ਤਰ੍ਹਾਂ ਦਾ ਪ੍ਰਕਾਸ਼ ਰੋਸ਼ਨੀ ਚਾਨਣ ਕਰ ਦਿੱਤਾ, ਪਰ ਅੰਦਰ ਉਸੇ ਤਰ੍ਹਾਂ ਹੀ ਹਨੇਰਾ। ਤਾਂ ਹੀ ਤਾਂ ਮਹਾਰਾਜ ਸਾਹਿਬ ਨੇ ਕਿਹਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਵੀ ਚਾਨਣ ਨੂੰ ਦੁਨੀਆ ਵਿੱਚ ਪੈਦਾ ਕਰ ਲੈ, ਸੈਂਕੜੇ ਚੰਦਰਮਾ ਸੂਰਜ ਚੜ ਜਾਣ, ਇੰਨਾ ਪ੍ਰਕਾਸ਼ ਹੋ ਜਾਏ, ਪਰ ਤੇਰੇ ਮਨ ਵਿੱਚ ਤਾਂ ਹਨੇਰਾ ਹੀ ਹੈ। ਮਨ ਦਾ ਹਨੇਰਾ ਅੰਦਰ ਗਿਆਨ ਦਾ ਦੀਪਕ ਬਾਲ ਕੇ ਜਾਂਦਾ ਹੈ। ਤੇ ਦੀਵਾ ਗੁਰੂ ਨੂੰ ਦੀਵਾ ਵੀ ਇਸੇ ਕਰਕੇ ਕਿਹਾ ਕਿ ਦੀਵਾ ਹਰ ਕਮਰੇ ਤੱਕ ਪਹੁੰਚ ਜਾਂਦਾ ਹੈ। ਸੂਰਜ ਦੀ ਰੋਸ਼ਨੀ ਹਰ ਕਮਰੇ ਤੱਕ ਨਹੀਂ ਜਾਂਦੀ, ਸੂਰਜ ਹਰ ਕਮਰੇ ਤੱਕ ਨਹੀਂ ਜਾਂਦਾ, ਲੇਕਿਨ ਦੀਵਾ ਤਾਂ ਹਰ ਕਮਰੇ ਤੱਕ ਜਾ ਕੇ ਰੋਸ਼ਨੀ ਕਰ ਦਿੰਦਾ ਹੈ। ਇਸੇ ਲਈ ਗੁਰੂ ਦਾਤਾ ਜਿਹੜਾ ਹੈ, ਗੁਰੂ ਦਾਤਾ ਵੀ ਹੈ, ਗੁਰੂ ਬਰਫ਼ ਦਾ ਘਰ ਵੀ ਹੈ, ਗੁਰੂ ਦੀਪਕ ਵੀ ਹੈ, ਕਿਉਂਕਿ ਗੁਰੂ ਹਰ ਹਿਰਦੇ ਦੇ ਵਿੱਚ ਜਾ ਕੇ ਪ੍ਰਕਾਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਮਹਾਰਾਜ ਕਹਿੰਦੇ ਮਨ ਤੇਰਾ ਮਾਇਆ ਵਿੱਚ ਲਿਪਟਿਆ ਹੋਇਆ ਹੈ, ਬਾਹਰ ਇੰਨਾ ਚਾਨਣ ਕਰ ਰਿਹਾ ਹੈ, ਪਰ ਅੰਦਰ ਘੁੱਪ ਹਨੇਰਾ। ਉਹ ਘੁੱਪ ਹਨੇਰਾ ਤੈਨੂੰ ਇਸ ਗੱਲ ਦੀ ਸਮਝ ਨਹੀਂ ਆਉਣ ਦਿੰਦਾ, ਨਾ ਗੁਰੂ ਦਾ ਦਰਬਾਰ ਦਿਸਣ ਦਿੰਦਾ, ਨਾ ਤੈਨੂੰ ਇਸ ਗੱਲ ਦੀ ਸਮਝ ਆਉਣ ਦਿੰਦਾ ਵੀ ਜੇ ਨਾ ਗੁਰੂ ਨਾਲ ਜੁੜਿਆ ਤੇਰੇ ਲਈ ਆਉਣ ਜਾਣ ਦੀ ਖੇਡ ਫਿਰ ਚੱਲ ਪੈਣੀ। ਫਿਰ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਫਿਰ ਤੈਨੂੰ ਉਹ ਲੰਮੇ ਪੈਂਡੇ ਤੇ ਤੁਰਨਾ ਪੈ ਜਾਣਾ। ਇਹ ਅਗਿਆਨਤਾ ਦੇ ਵਸ ਹੋ ਕੇ ਇਨਸਾਨ ਇਸ ਗੱਲ ਨੂੰ ਨਹੀਂ ਸਮਝ ਰਿਹਾ। ਤਬ ਨਾਲ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ। ਕਹਿੰਦੇ ਇਹ ਸੁੱਤਾ ਹੋਇਆ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੋਇਆ ਅਚੇਤ ਮਨ ਉਦੋਂ ਜਾਗਿਆ ਜਦੋਂ ਇਸ ਦੁਨੀਆ ਤੋਂ ਜਾਣ ਦਾ ਵੇਲਾ ਆ ਗਿਆ। ਜਦੋਂ ਜਮਾ ਨੇ ਆਪਣਾ ਡੰਡਾ ਮਾਰਿਆ, ਜਮਾ ਨੇ ਆ ਕੇ ਦਰਵਾਜ਼ਾ ਖੜਕਾਇਆ, ਜਮਾ ਨੇ ਸੁੱਤੇ ਪਏ ਨੂੰ ਠਾਲ ਕੇ ਕਿਹਾ ਭਾਈ ਜਾਗੋ ਜਾਗੋ, ਸੁੱਤੇ ਚੱਲਿਆ ਵਣਜਾਰਾ। ਜਦੋਂ ਜਮਾ ਨੇ ਆ ਕੇ ਕਿਹਾ ਚਲੋ ਸ਼ਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਹਿ ਕਾ ਆਇਆ, ਅਮਲ ਸਰਾਨੋ ਲੇਖਾ ਦੇਣਾ,
आए दूत कठिन जम लेना, क्या तू खटिया कहाँ गवाया, चलो शताब दीवान बुलाया। शताब मतलब जल्दी। फिर जो झंझोड़ के गया ना भी साडे नाल जल्दी चल, तेरी चिट्ठी पड़ गई है, तेनों असीं लैण वास्ते आया, तेरा लेखा खुल गया, जाके जवाब दे। फिर ਇਹਦਾ एकदम तरब के उठिया भी आ की बन गया। मेरे 70 80 90 साल सोते पे नहीं लग गए, मेरा मन सुनता ही सारा जीवन अपना व्यर्थ गवा गया। सुते बंदे ने अपना घर काट सब कुछ लुटा लिया, सब कुछ चोरी करवा लिया, हुण इहदे कोल बचे कुछ नहीं, हुण पछतावा रह गया। मेरा इन्हें उस वेले मिन्नत की कि मैनूं एक रात छड्ड दिओ। जे उस रात इस सिमरन लई दुहाई पा दिंदा, सेवा वास्ते गुरु चरनां विच आउण लई कह दिंदा, शायद एक रात छड्ड दिंदे। पर इन्हें उस रात भी कहा, मेरे माया दा लैण देण पिंड वालिआं नाल बाकी मैनूं ओह कर लैण दिओ। ਉਹ ਕਹਿੰਦੇ ਸਾਰੀ ਉਮਰ ਮਾਇਆ ਦੇ ਵਿੱਚ ਰਹਿ ਕੇ ਹਲੇ ਰੱਜਿਆ ਨਹੀਂ, ਜਾਣ ਵੇਲੇ ਵੀ ਧਿਆਨ ਤੇਰਾ ਮਾਇਆ ਦੇ ਵਿੱਚ ਹੀ ਪਿਆ, ਹੁਣ ਅਸੀਂ ਤੈਨੂੰ ਕਿਵੇਂ ਛੱਡ ਦਈਏ। ਹੁਕਮ ਬੜਾ ਸਖਤ ਆਇਆ, ਤੈਨੂੰ ਇੱਕ ਪਲ ਵਾਸਤੇ ਵੀ ਅਸੀਂ ਨਹੀਂ ਛੱਡ ਸਕਦੇ। ਤਾਂ ਮਹਾਰਾਜ ਸਾਹਿਬ ਕਹਿੰਦੇ ਤਬ ਨਾਲ ਸੁੱਤਾ ਜਾਗਿਆ, ਸਿਰ ਡੰਡ ਲੱਗਾ ਭਾਰ। ਜਦੋਂ ਜਮਾਂ ਦਾ ਭਾਰਾ ਡੰਡਾ ਸਿਰ ਵਿੱਚ, ਇਸ ਦੁਨੀਆ ਤੋਂ ਜਾਣ ਰੂਪੀ ਹੁਕਮ ਰੂਪੀ ਜਦੋਂ ਉਹ ਡੰਡਾ परमात्मा के घर तो आया, उन्होंने सिर विच मारिया। फिर इनू सुते पे नूं जाग आई, हुण रो रहा है, हुण पछता रहा है। ते महाराज कहते हुण बन कुछ नहीं रहा। तां ही कबीर साहब कहते मैं क्या सी, कबीर लूटना है तो लूट ले, राम नाम है लूट फिर बचे, पछताओगे प्राण जाएंगे छूट। जदों प्राण छुटण दी छड्डण दी वारी, फिर पछताएगा। फिर रोए पछताया बनना की है, अगले लैण वास्ते मूरे खड़े आ, की करेगा उस उदों तक हाथ ही किते नहीं पैना। पर जिन्होंने जो उस वेले भी समझा, जिवें अजामल पापी बहुत सी, मौत सामने खड़ी है, ते एक कोई गल अपने मन में आ गई कि मेरे नारायण नूं बुलाओ। नारायण उन्होंने रब दा भी नाम है, नारायण उहदा छोटा पुत्र भी है। नारायण नारायण करदे दी जान निकल गई, सारी जिंदगी पाप कमाउण वाला भी जीवन सफल कर गया। किते ऐसा भी हो जाए, कबीर मोहे मरने का चाव है, मरो तो हर के द्वार, मत हर पूछे कौन है पर हमारे द्वार। ओदे द्वार ते मरन का अर्थ भी यही है कि मरन लगे जे कंठ विच ओदा नाम होवे। क्या जाना कि मरेंगे कैसा मरना होए, जेकर साहिब मनो ना विसरे तां सहला मरना होए। जे किते अंदर ओ परमात्मा दी गल चल पए तां मरना भी पातशाह कहते सौखा सौखा भी हो जाता ते सफला भी हो जाता है। पर इस इंसान नूं ना जिउणा आया ते ना मरना आया। सारी जिंदगी धंद पिटदियां लंघ गई। खैर सतगुरु पातशाह कह रहे हैं, भाई गुरमुखा करा उपर हर चेतिया, से पाए मोख द्वार। जिन्ना गुरमुखा ने, करा दा अर्थ हुंदा हथ, जिन्ना ने हत्थां उपर, इत्थे जिक्र माला दा कीता, जिन्ना ने हत्थां राही माला फेरी। चलो जेड़ी माला राही साडा मन गुरु नाल जुड़ जाए, वो माला फिरनी भी चंगी है। पर ऐसा ना होवे माला फिरी जावे, मन फिरे ही ना। बाबा बुल्ले शाह ने किया, तस्वीर फेरी पर मन ना फिरिया। लेना की तस्वीर हथ फड़ के, तस्वीर वाला नूं कहंदे चले कीते पर रब ना मिलिया। लेना की चलिया विच वड़ के, ते अंत विच उन्होंने कहा सिर ते टोपी जे नीयत खोटी। लेना की टोपी सिर धर के, तस्वीर फिरी पर मन ना फिरिया। लेना की तस्वीर हथ फड़ के, चले कीते पर रब ना मिलिया। लेना की चलिया विच वड़ के, बोलिया जाग बिना दुध नहीं जमदा, भावें लाल हो जाए कड़ कड़। बिना जाग तो दुध नहीं जमदा। इस मन ने उदों ही टिकना जदों मन विच शब्द जाएगा। जिन्हों असीं कहने ना धुर की बाणी आई, तिन सगली जिंद मिटाई। धुर की बाणी के अर्थ की है जी? आम ये अर्थ ही कहते हैं कि बाणी धुर तो आई है, परमात्मा के घर तो आई है। नाल अगली पंक्ति मारे कहते तिन सगली जिंद में, चिंता तो मिटी कोई नहीं। हाथ च गुटका फड़ के भी चिंता लगी हुई है, गुरु घर में बैठिया भी चिंता लगी हुई है। जे बाणी धुर तो आई है, फिर चिंता क्यों नहीं मिटी? एक सवाल है। पर जदों ये अंतरीव अर्थ होर गहराई में जाके वेखोगे, बाणी तां पोथियां विच कदों दी आ गई, बाणी तां पालकी साहिबां दे विच कदों दी आ गई, बाणी गुरु ग्रंथ साहिब दे अवतार विच कदों दी आ गई, बाणी गुटकियां दे रूप विच कदों दी आ गई, पर चिंता हले भी नहीं मिटी। सतगुरु दा कह रहा धुर की बाणी आई, तिन सगली जिंद मिटाई, सारी चिंता खत्म कर दी। पर सिख कह रहा पातशाह मैं
रोज सुखमनी साहब पढ़दा, चिंता बहुत तंग करती है। मैं नितनेम रोज करदा पर चिंता खेड़ा नहीं छड्डदी। गुरु घर में रोज आना, मेरा चिंता पिछा नहीं छड्डदी। नाले पानी भी पढ़ रहा, चिंता भी नाल लगी है। दो गल्लां किवें? इहदे अर्थ ये ने, उस दिन तेरी चिंता, सारी चिंता उदे खत्म होनी है जिस दिन धुर की बाणी आई। ये बाणी तेरे धुर अंदर आत्म में चली गई। जिस दिन बाणी तेरे धुर अंदर चली गई, धुर मन मंदिर में चली गई, बाणी धुर हृदय में चली गई, उस दिन कई दिन सगली चिंत मिटाई। हले बाणी बार बार ही असीं लई फिर रहे हैं। उस दिन चिंतावां मुकड़ियां जिस दिन बाणी ने अंदर अंदर जाके, क्योंकि बूटा कोई जिस बूटे ने बहुत उच्चा जाना होंदा, उन्नी ही डूंगी धरती में जड़ मारदा। शब्द मन में जावे, जदों मन में शब्द जाएगा फिर सारियां चिंतावां मुकदियां ने। पर जेड़े गुरमुखां ने माला राही भी भावें उन्हें याद किया, जपिया, माला दे करके अपना मन परमात्मा में जुड़ गए। हर चेतिया उस परमात्मा को चेते किया। से पाए मोख द्वार, उन्होंने मोख मुक्ति का द्वारा हासिल कर लिया। और जिउंदे जी मुक्त हो गए। नानक आप वो उधरे, सब कुटुंब तरे परिवार, आप भी वो तर गए ने भव सागर तो, ते उन्हां दा सारा कुटुंब परिवार भी तर गया। राम जपो जी ऐसे ऐसे, ध्रुव प्रहलाद जप्यो हर जैसे, दीन दयाल भरोसे तेरे, सब परिवार चढ़ाया बेड़े, जात सुभावे ता हुक्म मनावे, इस बेड़े को पार लगावे। सतगुरु मेरा सारा परिवार, मेरा शरीर का भी सारा परिवार इस तेरे नाम के बेड़े च बैठ गया। ते जेड़ा परिवार मैनू समाजिक तौर पर दिता, वह भी तेरे मैं नाम के बेड़े च सारा परिवार बैठा लिया। कृपा करके उस बेड़े को पार ला दे, इस बेड़े को पार ला दो। तो सतगुरु पातशाह ने रहमत की। दूसरा शब्द है, शब्द मरै सो मूआ जप है। मारे कहते गुरु के शब्द राही मनुख वकाला वालों मर जाता है। शब्द की खासियत है, जिवें किसी पारे नूं मारना होवे ना, वैद हकीम उहनूं भस्म करदे ने। एक भस्म करन दी विधि है। ओदी जिहड़ी जहर है, माड़ा पक्ष है, मर जाता है। जेड़ा शाखिया कोई सीधा खावे, पारा कोई सीधा खावे, इंसान की मौत का कारण बन जाता है। लेकिन जो उसे पारे नूं मार के शुद्ध करके भस्म करके दवाइयां के रूप में वरत्या जाता है, वही पारा फिर जिंदगियां देण लग पैंदा है। जेड़ा मन अज विकारां दे अधीन है, दुनिया नूं आत्मक तौर पर मौतां वंड रहा है, दुनिया नूं आत्मक तौर पर मानसिक तौर पर पल पल मार रहा है, अज वो मन आप ही गुरु के शब्द राही विकारां वालों मर गया। इस मन नूं हुण आत्मक जीवन मिल गया। जेड़ा मन कोले अपना आत्मक अमर जीवन मिल गया, हुण दुनिया नूं भी आत्मक जीवन वंड रहा। लेकिन इस मन ने मन नूं मारन दा जिहड़ा विधि है, वो गुरु का शब्द है। जिवें दवाइयां नूं भस्म करन लई अग दे नाल उहनां नूं भस्म कीता जाता है, गुरु दे शब्द नाल इस मन नूं मारिया जाता है। विकारां दे वल्लों इहनूं खत्म करके परमात्मा दे शब्द नाल जोड़िया जाता है। शब्द मरै सो मूआ जप है। जिहड़ा शब्द राही जिहदा मन मर जाए, वो वही मन्निया जाता भी इहदा मन मर गया। मन का मतलब अपना आप इहने मार दिता है, अपनी हौमे हक का हंकार को मार दिता है। हंकार ही है जिहड़ा टिकण नहीं। महात्मा बुद्ध कोले ना कोई राजा गया दर्शन करने वास्ते, उन्हें कहा भी महात्मा कोले चलिया, मैं राजा तो मैं हीरा ही लै चला। क्योंकि जिन्ना बड़ा बंदा होंदा कोशिश करता मैं भेडा भी उन्नी वड्डी दियां। उन्हें हीरा ले लिया, पर नाल कोई सियाणा बंदा उन्हें कहा भी ना हीरा ना लेके जाई, हीरियां नूं छड्ड के आया। वो आप भी राजकुमार जी हीरियां तो आया हो, तू उन्होंने हीरा की भेंट करेगा? वो कहता नहीं भी मैनू हीरे तो घट गल सोहनी नहीं लगनी। उन्होंने भेंटा करदिया हीरा भी लै लिया, माया भी दे दी। जदों जाके महात्मा बुद्ध के चरणों में हीरा रखा, महात्मा बुद्ध ने कहा हीरा सिट दे। हीरा सिट दिता। महात्मा बुद्ध ने फिर कहा इनू सिट दे, उन्हें फिर सिट दिता। तीसरी बारी फिर कहा इनू सिट दे, इनू ना कोल रख। उस राजे ने कहा जी हीरा सिटन लई क्या मैं सिट दिता, तुसीं दुआरे क्या मैं फिर सिट दिता, जो कुछ हथ सी हुण तीजी मेरे तो हथ विच ही कुछ नहीं, हुण की सिटा मैं? महात्मा बुद्ध कहता जिहड़ा हंकार चंगी फिरदा इहनूं भी सिट दे। ये हंकार ने तेरी मेरी सांझ नहीं पैण देनी। जिहड़ा हंकार दी पंड हीरा तो सिट दिता, हंकार हीरे को जाके मेरे को लैके आया, हीरा तू मेरे सामने सिटिया, पर जेड़ा हंकार हले भी पिछे खड़ा ओनू भी सिट दे, मैं तेरी रब नाल सांझ पवा दियांगा। जिन्नी देर तक ये मन हंकार वालों नहीं मरदा, उन्नी देर तक ये परमात्मा तक नहीं पहुंच सकता। तो महाराज साहब कह रहा गुरु प्रसादी हर रस तरापै, गुरु की कृपा दे नाल कहंदे ने ये मन जेड़ा मन है
ਗੁਰੂ ਦੀ ਕਿਰਪਾ ਬਖਸ਼ਿਸ਼ ਨਾਲ ਹਰ ਨਾਮ ਰਸ ਦੇ ਰਾਹੀਂ ਮਨੁੱਖ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦਾ ਹੈ। ਜਿਹੜੀ ਮਾਇਆ ਮਨ ਨੂੰ ਰੱਜਣ ਨਹੀਂ ਦਿੰਦੀ, ਹਰ ਵੇਲੇ ਭਟਕਣਾ ਵਿੱਚ ਰੱਖਦੀ ਹੈ, ਜਦੋਂ ਗੁਰੂ ਪ੍ਰਸਾਦ ਗੁਰੂ ਦੀ ਕਿਰਪਾ ਵਰਤਦੀ ਹੈ ਫਿਰ ਇਹ ਮਨ ਸੰਤੁਸ਼ਟ ਹੋ ਜਾਂਦਾ ਹੈ, ਇਹ ਮਨ ਨੂੰ ਸੰਤੋਖ ਆ ਜਾਂਦਾ ਹੈ, ਇਹ ਮਨ ਕੋਲੇ ਜੋ ਕੁਝ ਵੀ ਉਹਦੇ ਘਰ ਵਿੱਚ ਹੈ ਉਹਦੇ ਵਿੱਚ ਹੀ ਖੁਸ਼ ਹੈ। ਹੁਣ ਇਹਦੀ ਭਟਕਣਾ ਜਿਹੜਾ ਦਿਨ ਰਾਤ ਭੱਜਿਆ ਫਿਰਦਾ ਸੀ ਨਾ, ਜਿਹੜੀ ਦੌੜ ਸੀ ਵੀ ਉਹਦੇ ਨਾਲੋਂ ਵੱਡਾ ਬਣਨਾ ਹੈ, ਉਹਦੇ ਨਾਲੋਂ ਅਮੀਰ ਹੋਣਾ, ਉਹ ਦੌੜ ਖਤਮ ਹੋ ਜਾਂਦੀ ਹੈ। ਹੁੰਦੀ ਗੁਰੂ ਦੀ ਕਿਰਪਾ ਨਾਲ ਹੈ। ਗੁਰੂ ਦੀ ਕਿਰਪਾ ਕੀ ਹੈ? ਗੁਰੂ ਦਾ ਸ਼ਬਦ। ਜਿਹਦੇ ਕੋਲ ਗੁਰੂ ਦਾ ਸ਼ਬਦ ਆ ਜਾਂਦਾ ਹੈ ਉਹ ਆਪਣੇ ਮਨ ਨੂੰ ਰਜਾ ਕੇ ਗੁਰੂ ਚਰਨਾਂ ਨਾਲ ਜੋੜ ਲੈਂਦਾ ਹੈ। ਹਰ ਦਰਗ ਹੈ ਗੁਰੂ ਸ਼ਬਦ ਸਜਾਪੈ। ਜਿਹਦੇ ਕੋਲ ਗੁਰੂ ਸ਼ਬਦ ਹੋਵੇ, ਗੁਰੂ ਸ਼ਬਦ ਦੇ ਰਾਹੀਂ ਉਹ ਦਰਗਾਹ ਵਿੱਚ ਪਛਾਣਿਆ ਜਾਂਦਾ ਹੈ। ਗੁਰਮੁਖ ਦੀ ਪਹਿਚਾਣ ਗੁਰੂ ਸ਼ਬਦ ਹੈ। ਗੁਰੂ ਸ਼ਬਦ ਦੀ ਪਹਿਚਾਣ ਨਾਲ ਇਨਸਾਨ ਫਿਰ ਜੰਮ ਤੋਂ ਨੂੰ ਪਹਿਚਾਣ ਲੈਂਦੇ ਨੇ ਕਿ ਇਹ ਤਾਂ ਗੁਰੂ ਨਾਨਕ ਦਾ ਸਿੱਖ ਹੈ। ਜਦੋਂ ਪਤਾ ਲੱਗ ਜਾਏ ਨਾ ਕਿ ਇਹਦੀ ਉਹ ਗੁਰੂ ਨਾਲ ਸਾਂਝ ਹੈ, ਉੱਥੇ ਜੰਮ ਉੱਥੇ ਬਕਾਰ ਨਹੀਂ ਆਉਂਦੇ। ਜਿਵੇਂ ਨਾ ਇੱਕ ਕਿਸੇ ਗਰੀਬ ਬੰਦੇ ਤੋਂ ਕਿਸੇ ਬਹੁਤੇ ਵੱਡੇ ਅਮੀਰ ਬੰਦੇ ਨੇ ਕੁਝ ਪੈਸੇ ਲੈ ਲਏ, ਹੁਣ ਉਹ ਪੈਸੇ ਮੋੜੇ ਨਾ ਵੀ ਇਹ ਗਰੀਬ ਆ, ਮੇਰਾ ਕੀ ਵਿਗਾੜ ਲਏਗਾ। ਉਹ ਪੈਸੇ 'ਚ ਵੀ ਤਕੜਾ ਹੈ, ਪਾਵਰ 'ਚ ਵੀ ਤਕੜਾ ਵੀ ਮੇਰਾ ਇਹ ਕੁਝ ਨਹੀਂ ਕਰ ਸਕਦਾ ਤੇ ਮੈਂ ਇਹਨੂੰ ਨਾ ਜੇ ਪੈਸੇ ਮੋੜਨੇ ਆ ਤੇ ਨਾ ਕੋਈ ਹੋਰ ਗੱਲ। ਉਹਨੇ ਉੱਥੋਂ ਦੇ ਜਿਹੜੇ ਨਿੱਕੇ ਨਿੱਕੇ ਇਲਾਕੇ ਸਨ, ਉਹਨਾਂ ਦਾ ਰਾਜਾ ਸੀ, ਉਸ ਰਾਜੇ ਨੂੰ ਬੇਨਤੀ ਕਰੀ ਕਿ ਜੀ ਫਲਾਨਾ ਬੰਦਾ ਅਮੀਰ ਹੈ, ਵੱਡਾ, ਉਹਨੇ ਮੇਰੇ ਤੋਂ ਪੈਸੇ ਲੈ ਲਏ, ਹੁਣ ਮੋੜਦਾ ਨਹੀਂ, ਜਦੋਂ ਮੰਗਣ ਜਾਂਦਾ ਤਾਂ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦਾ। ਰਾਜੇ ਨੇ ਕਿਹਾ ਵੀ ਤਾਂ ਗੱਲ ਹੀ ਬੜੀ ਛੋਟੀ ਆ, ਤੇ ਉਹ ਕਰ, ਮੈਂ ਨਾ ਪਰਸੋਂ ਤੇਰੇ ਇਲਾਕੇ ਵਿੱਚ ਆਉਣਾ ਤੇ ਆਪਾਂ ਤੇਰੇ ਘਰੇ ਆਵਾਂਗੇ, ਬਸ ਮੈਂ ਸਿਰਫ ਪਾਣੀ ਦੀ ਮੈਨੂੰ ਪਿਆਸ ਲੱਗੀ ਹੋਏਗੀ ਤੇ ਮੈਂ ਤੇਰੇ ਘਰ ਇੱਕ ਗਲਾਸ ਪਾਣੀ ਦਾ ਪੀ ਕੇ ਜਾਣਾ, ਹੋਰ ਕੋਈ ਕੰਮ ਨਹੀਂ। ਦੋਸਤ ਨੇ ਮੈਨੂੰ ਮਿਲੀ, ਇੰਤਜ਼ਾਰ ਕਰੀ। ਪਰਸੋਂ ਦਾ ਦਿਨ ਆਇਆ, ਰਾਜਾ ਉਹਦੇ ਇਲਾਕੇ ਵਿੱਚ ਗਿਆ, ਉਹਨੇ ਜਾ ਕੇ ਬੇਨਤੀ ਕਰੀ ਜੀ ਮੈਂ ਪਰਸੋਂ ਦਰਬਾਰ 'ਚ ਮਿਲਿਆ ਸੀ, ਆ ਨਾਲ ਹੀ ਮੇਰਾ ਘਰ ਆ, ਕਿਰਪਾ ਕਰੋ ਘਰੇ ਚੱਲੋ। ਰਾਜਾ ਕਹਿੰਦਾ ਵੀ ਹਾਂ। ਸਾਰਾ ਅਮਲਾ ਫੈਲਾ ਫੌਜਾਂ ਸਮੇਤ ਰਾਜਾ ਉਸ ਗਰੀਬ